जगदीश तो सबकी रक्षा करे जगदीश। बोले सोनिहार श्री अकाल। वाहिगुरु जी की फतेह। सारे जाने बह जाओ संगत जी। भाई रतनदीप सिंह जी हुक्मनामा साहब लैणगे। सारे जाने बैठ के हुक्मनामा साहब सरपण करो। सच्चे पातशाह वाहिगुरु सरबत दा भला करन। बाबे नानक दा जन्म दिन आ कल नूं ते सच्चे पातशाह महाराज ने सानू सारिਆਂ ਨੂੰ ਇੰਨੀ ਹਿੰਮਤ ਬਖਸ਼ੀ ਆ ਵੀ ਅਸੀਂ ਇਸ ਸੁਪਨਿਆਂ ਦੇ ਘਰ 'ਚ ਇੱਕ ਛੱਤ ਹੇਠ ਰਹਿ ਕੇ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰ ਰਹੇ ਹਾਂ। ਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਦਿਹਾੜਾ ਵਾ ਕੱਲ ਨੂੰ, ਗੁਰਪੁਰਬ ਆ ਗੁਰੂ ਸਾਹਿਬ ਦੇ ਅਵਤਾਰ ਪੁਰਬ ਤੇ। सतनाम श्री गुरु वाहिगुरु साहिब जियो। सतनाम श्री वाहिगुरु साहिब जियो। मैं अंग लैके टेक तेरा नाम खुद करा, तेरा नाम खुद करा। ज्ञान ध्यान विच कर्म न जाना, साध जाना तेरी। सब ते वड्डा मेरा सतगुरु नानक, जिन कलियां की मेरी। सोरठ महला तीजा। जिन साधु सेवे बोता दुख लगा, जुग चढ़े घर माई। जपानी जुग गाते शब्द नान ते सुख पाया, दर्दी जपे से। वाहिगुरु जी का खालसा, वाहिगुरु जी की फतेह। गुरु गुरु वाहिगुरु, गुरु वाहिगुरु वाहिगुरु, वाहिगुरु वाहिगुरु जी का। कीर्तन 16। वाहिगुरु सच्चे पातशाह की किरपा दे नाल आथन सवेर दोनों टाइम गुरु घर दे विच गुरबाणी पढ़ी ते सुनी जाती है जी। रहरास साहब हो रही है पहला सवेरे नितनेम। हर रोज ये सच्चे पातशाह की किरपा वा जिहड़ी साडे परिवार ते हुंदी आ। अज जिहड़ी तरीक आ तुसीं देख सकदे हो 18/11/21 6:06 7 मिनट हो गया। टैंपरेचर 20 सैल्सीਅस आ। ते तुहाडीआं दुआवां ते अरदासां दे नाल सारा परिवार साडा खुश है जी। ये गोशा बाबा जी खड़े, सरदार सुखवंत वीर सिंह गोशा जी। सत श्री अकाल। वाहिगुरु जी का खालसा, वाहिगुरु जी की फतेह। किरपा बाई गोशे बाई तेरी यार बाई, साडे नाल दुआवां तुहाडीआं जिथे होण उत्थे ते मेहर होनी चाहिए। असीं ते एक हीला वसीला जी, ਉਹ ਤੇ ਸਾਰਿਆਂ ਨੂੰ ਦੇਣ ਵਾਲਾ, ਉਸ ਦੀ ਤਾਕਤ ਸਾਡੇ ਨਾਲ ਆ ਜੀ। ਅਸੀਂ ਇਕੱਲੇ ਕੁਝ ਵੀ ਨਹੀਂ ਕਰ ਸਕਦੇ, ਨਾ ਹੀ ਬੋਲ ਸਕਦੇ। ਬਿਲਕੁਲ ਅੱਜ ਜੋ ਕੁਝ ਅਸੀਂ ਬੋਲਦੇ ਸਾਰੀ ਤਾਕਤ ਉਹਨਾਂ ਦੀ ਆ ਜੀ। ਕੱਲ ਨੂੰ ਕੀ ਆ ਪਤਾ? ਕੱਲ ਨੂੰ ਗੁਰੂ ਨਾਨਕ ਦੇਵ ਦਾ ਗੁਰਪੁਰਬ ਆ। ਬਾਬੇ ਨਾਨਕ ਬਹੁਤ ਮੁਬਾਰਕਾਂ। ਧੰਨਵਾਦ ਜੀ, ਤੁਹਾਨੂੰ ਵੀ ਲੱਖ ਲੱਖ ਮੁਬਾਰਕਾਂ। ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ। ਤੁਹਾਡੀ ਵੀ
ਸਾਡੀ ਵੀ ਚੜ੍ਹਦੀ ਕਲਾ ਦੀ 10 ਮਿੰਟ ਰੁਕਣਾ ਪੈਣਾ, 10 ਮਿੰਟ ਰੁਕ ਜਾਓ। ਬਾਕੀ ਗੱਲ ਹੈ ਜੀ ਜੋ ਕੋਈ ਪਰਮਾਤਮਾ ਨੇ ਜੀ ਜੀ ਜੀ। ਇੱਧਰ ਹੁਣ ਬਰਤਨ ਸਾਫ਼ ਹੋ ਰਹੇ ਨੇ, ਸ਼ੋਕ ਹੁਣੀ ਲੱਗੇ ਹੋਏ ਨੇ ਸਾਡੇ, ਸ਼ੋਕ ਤੇ ਟੋਨੀ। ਇੱਥੇ ਪ੍ਰਸ਼ਾਦਾ ਬਣ ਕੇ ਹਟਿਆ ਜੀ ਹੁਣੇ ਹੀ। ਸਾਡੇ ਮਾਤਾਵਾਂ ਤੇ ਭੈਣਾਂ ਨੇ ਸਾਰਾ ਪ੍ਰਸ਼ਾਦਾ ਤਿਆਰ ਕਰਿਆ ਹੋਇਆ ਤੇ ਗੁਰੂ ਕੇ ਲੰਗਰ ਜਿਹੜੇ ਹੁਣ ਸਾਰਿਆਂ ਨੇ ਛਕਣੇ ਆ, ਵਰਤਾਏ ਜਾਣੇ ਆ। ਅੱਜ ਜਿਹੜੇ ਹੁਣੇ ਆਏ ਸੀਗੇ ਉਹ ਪੁੱਛਦੇ ਸੀਗੇ ਵੀ ਕੀ ਚਾਹੀਦਾ, ਤੇ ਲਾਈਟ ਬੰਦ ਕਰ ਲਗਾ ਤੇ ਉਹਨਾਂ ਨੇ ਸਰੀਆ ਭੇਜਿਆ ਵਾ ਜੀ। ਸਰੀਏ ਦੀ ਲੋੜ ਆ ਕਿਉਂਕਿ ਹੁਣ ਪਿੱਛੇ ਉੱਪਰ ਤਾਂ 2-3 ਕਮਰੇ ਬਣਾ ਰਹੇ ਆ ਜੀ ਅਸੀਂ ਵਿਜ਼ਟਰ ਵਾਸਤੇ। ਜਿਹੜੇ ਭੈਣ ਭਰਾ ਆਉਂਦੇ ਨੇ ਸਾਡੇ ਕੋਲੇ ਨਾ, ਤੇ ਉਹਨਾਂ ਨੂੰ ਰਹਿਣ ਬਹਿਣ 'ਚ ਦਿੱਕਤ ਹੁੰਦੀ ਸੀ ਬਹੁਤ ਜ਼ਿਆਦਾ, ਤੇ ਉਹਦੇ ਵਾਸਤੇ ਹੁਣ 2 ਕਮਰੇ ਉੱਪਰ ਬਣਾ ਰਹੇ ਆ। ਜਿਵੇਂ ਇੱਕ ਡਾਕਟਰ ਆ ਵੀਰ ਸਾਡੇ ਕੋਲੇ, ਉਹ ਕਹਿੰਦਾ ਸੀ ਮੈਂ ਇੱਥੇ ਰਿਹਾ ਕਰੂੰ ਤੁਹਾਡੇ ਕੋਲੇ, ਤੇ ਵੀ ਪਰ ਮੈਨੂੰ ਰਹਿਣ ਰੂਹਣ ਦੇ ਵਾਸਤੇ ਲੱਗ ਚਾਹੀਦਾ, ਮੇਰੀ ਨਾਲ ਪੜ੍ਹਾਈ ਵੀ ਚੱਲਦੀ ਆ ਤੇ ਨਾਲ ਮੈਂ ਤੁਹਾਡੇ ਕੋਲੇ ਸੇਵਾ ਵੀ ਕਰਾਂਗਾ ਨਾ। ਇਸ ਤਰ੍ਹਾਂ ਦੀਆਂ ਕੁਝ ਜ਼ਰੂਰਤਾਂ ਵਾ ਜਿਹੜੀਆਂ, ਤੇ ਅੱਗੋਂ ਜਿਵੇਂ ਸੰਗਤ ਨੂੰ ਪਹਿਲਾਂ ਵੀ ਬੇਨਤੀ ਕਰੀ ਸੀਗੀ ਵੀ ਜਗ੍ਹਾ ਜਿਹੜੀ ਹੁਣ ਆਪਣੇ ਕੋਲੇ ਇੱਥੇ ਘਟ ਗਈ ਆ, ਬੈੱਡ ਲੱਗਣ ਨੂੰ ਜਗ੍ਹਾ ਨਹੀਂ, ਤੇ ਬਹੁਤ ਸਾਰੇ ਕੇਸ ਹਰ ਰੋਜ਼ ਸਾਨੂੰ। ਸਾਰੇ ਅਰਦਾਸ ਕਰਿਓ ਵੀ ਅਸੀਂ ਜਲਦ ਇਸ ਸੁਪਨਿਆਂ ਦੇ ਘਰ ਨੂੰ ਥੋੜਾ ਹੋਰ ਵੱਡਾ ਕਰ ਸਕੀਏ। ਜਗ੍ਹਾ ਦੀ ਜ਼ਰੂਰਤ ਆ, ਪਿੱਛੇ ਜਗ੍ਹਾ ਨਾਲ ਲੱਗ ਜੇ ਪ੍ਰਮਾਤਮਾ ਨੇ ਚਾਹਿਆ, ਸੱਚੇ ਪਾਤਸ਼ਾਹ ਨੇ ਵੀ ਐਕਤੀ ਸਿਆਲਾਂ ਦੇ ਵਿੱਚ ਜਗ੍ਹਾ ਲੈਣ ਕੇ ਉੱਥੇ ਲੈਂਟਰ ਪਾ ਕੇ ਇੱਕ ਸੁਪਨਿਆਂ ਦਾ ਘਰ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ। ਆਹ ਸਾਰੀ ਲਾਈਨ ਆ ਜਿਹੜੀ ਪਿੱਛੇ ਸਾਡੇ ਇੱਧਰਲੇ ਪਾਸੇ ਵਾਲੀ, ਇਹ ਸਾਰੀ ਲਾਈਨ ਦੇ ਵਿੱਚ ਪਿੱਛੇ ਐਡਾ ਹੀ ਲੰਬਾ ਇੱਕ ਪਲਾਟ ਆ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਨੂੰ ਮਿਲ ਜਾਵੇ। ਤੁਹਾਨੂੰ ਪਾਣੀ ਹੈ ਵੀਰੇ? ਤੇ ਵੀ ਸਾਡੀ ਕੋਸ਼ਿਸ਼ ਆ ਵੀ ਪਲਾਟ ਪਿੱਛੇ ਲੈ ਕੇ ਤੇ ਇੱਥੇ ਪੱਕਾ ਲੈਂਟਰ ਪਾ ਕੇ, ਕਿਉਂਕਿ ਹੁਣ 5 ਸਾਲ 6 ਸਾਲ ਹੋ ਗਏ ਸਾਨੂੰ ਸੇਵਾ ਕਰਦਿਆਂ ਨੂੰ, ਇੱਥੇ ਸ਼ਿਫਟ ਹੋਇਆਂ ਨੂੰ ਵੀ ਸਾਨੂੰ 4 ਸਾਲ ਹੋ ਜਾਣੇ ਆ। ਤੇ ਹੁਣ ਤੱਕ ਤਾਂ ਉਹ ਲਾ ਕੇ ਸ਼ੈੱਡ ਪਾ ਕੇ ਲੋਹੇ ਦੀਆਂ ਚਾਦਰਾਂ ਪਾ ਕੇ ਤੇ ਪਰਾਲੀ ਪਾ ਲਈਦੀ ਆ ਤੇ ਉਹਦੇ ਨਾਲ ਚੱਲੀ ਜਾਂਦਾ ਗਰਮੀਆਂ ਦੇ ਵਿੱਚ, ਫਿਰ ਉਹ ਤਪਦਾ ਨਹੀਂ। ਹੁਣ ਵੀ ਜਿਹੜੀ ਬਾਸਮਤੀ ਚੌਲ ਹੁੰਦੇ ਆ ਉਹਨਾਂ ਦੀ ਪਰਾਲੀ 2 ਟਰਾਲੀ ਸਾਡੇ ਟੀਮ ਦੇ ਮੈਂਬਰ ਉਹ ਲਾ ਕੇ ਇੱਕ ਟਰਾਲੀ ਸਾਨੂੰ ਲਾ ਕੇ ਦੇ ਕੇ ਗਏ ਵੀਡੀਓ ਨਹੀਂ ਉੱਥੋਂ ਨੱਚਣ ਵਾਲੇ ਸੀ ਸ਼ਾਇਦ ਵੀਡੀਓ ਨਹੀਂ। ਤੇ ਪਹਿਲਾਂ ਆਵਾਜ਼ ਆਈ ਸੀ? ਹਾਂਜੀ ਨਹੀਂ ਲਿਖ ਕੇ ਆਇਆ ਆਵਾਜ਼ ਨਹੀਂ ਆ ਰਹੀ? ਨਹੀਂ ਆਵਾਜ਼ ਮਾਈਕ ਚੱਲ ਨਹੀਂ ਰਿਹਾ ਇਹਦੇ ਤੇ। ਓਕੇ ਓਕੇ। ਤੇ ਚਲੋ ਅਸੀਂ ਤੁਹਾਨੂੰ ਸਾਰਿਆਂ ਨੂੰ ਦਿਖਾਉਣੇ, ਸ਼ੇਅਰ ਜ਼ਰੂਰ ਕਰੋ ਅੱਗੇ ਦੀ ਅੱਗੇ ਤਾਂ ਜੋ ਸੰਗਤ ਨੂੰ ਹੋਰ ਜੋੜ ਸਕੀਏ ਭੈਣ ਭਰਾਵਾਂ ਨੂੰ। ਬੇਬੇ ਸਤਿ ਸ੍ਰੀ ਅਕਾਲ। ਲక్ష్ਮੀ ਨੂੰ ਕੀ ਕਹਿਣਾ? ਮੈਂ ਲక్ష్ਮੀ ਦੇਖਦੀ ਆ ਵੀਡੀਓ, ਲక్ష్ਮੀ ਨੂੰ ਮਿਲਣਾ। ਬੇਬੇ ਲక్ష్ਮੀ, ਕੁੜੀ ਤੇਰੀ ਲక్ష్ਮੀ, ਉਹ ਆ ਗਈ ਲక్ష్ਮੀ। ਲక్ష్ਮੀ ਬੁਲਾਈ, ਬੇਬੇ ਦੀ ਕੁੜੀ ਨੂੰ ਬੁਲਾ ਦੇ। ਬੇਬੇ ਕੁੜੀ ਨੂੰ ਮਿਲਣਾ, ਕੁੜੀ ਨੂੰ। ਸਤਿ ਸ੍ਰੀ ਅਕਾਲ ਮਾਂ। ਲక్ష్ਮੀ ਨੂੰ ਮਿਲਣਾ, ਲక్ష్ਮੀ ਨੂੰ। ਉਹ ਮਾਂ ਲక్ష్ਮੀ ਨੂੰ ਮਿਲਣਾ, ਲక్ష్ਮੀ ਨੂੰ। ਕਿੱਥੇ ਲక్ష్ਮੀ? ਮਿਲਣਾ ਵਾ, ਜੀ ਕਰਦਾ ਮੈਨੂੰ। ਐਡੀ ਕਿਹੜੀ ਗੱਲ ਆਊਗੀ ਆਊਗੀ, ਮਿਲਣਾ ਆਊਗੀ। ਆ ਲਓ ਜੀ ਪਾਣੀ ਪੀਓ। ਲక్ష్ਮੀ ਮਾਤਾ ਜੀ ਦੀ ਬੇਟੀ ਆ, ਭੈਣ। ਹਾਂ ਆਊਗੀ ਆਊਗੀ ਆਊਗੀ। ਮਿਲਣੀ ਹੈ, ਜੀ ਨਹੀਂ ਲੱਗਦਾ, ਜੀ ਨਹੀਂ ਲੱਗਦਾ ਮਿਲਣਾ ਉਹਨੂੰ। ਆਊਗੀ ਆਊਗੀ। ਮਾਤਾ ਜੀ ਨੂੰ ਹੈ ਠੀਕ ਆ ਹੁਣ? ਠੀਕ ਆ ਮਾਂ। ਕੱਲੀ ਤੁਰ ਵੀ ਲੈਣੀ ਆ? ਕੱਲੀ ਚੱਲ ਆਇਆ, ਤੁਰ ਕੇ ਦਿਖਾਤਾ, ਤੁਰ ਕੇ ਦਿਖਾਈ, ਤੁਰ ਕੇ। ਮਾਤਾ ਜੀ ਨੂੰ ਲੈ ਕੇ ਆਏ, ਮੈਂ ਫੜ ਕੇ ਰੱਖੂੰਗਾ, ਮੈਂ ਫੜ ਕੇ ਰੱਖੂੰਗਾ, ਡਿੱਗਣ ਨਹੀਂ ਦਿੰਦਾ। ਬੇਬੇ ਰੋੜਦੀ ਸੀਗੀ
ਹੁਣ ਮੈਂ ਦੇਖਦਾ ਹੁੰਦਾ ਕਿ ਬੇਬੇ ਖੁੰਡੀ ਦੇ ਨਾਲ ਨਾ ਬੇਬੇ ਦੀ ਖੁੰਡੀ ਪੀ ਕੇ ਬਣਾਈ ਨਾ ਤੇ ਬੇਬੇ ਵਾਸ਼ਰੂਮ ਜਾਂ ਟਾਇਲਟ ਇਕੱਲੀ ਤੁਰ ਕੇ ਚਲੀ ਜਾਂਦੀ ਹੈ ਆਹ ਸੋਟੀ ਦੇ ਨਾਲ। ਆਲੇ ਬੇਬੇ ਸੋਟੀ ਤੇਰੀ ਇਹ ਸੋਟੀ ਦੇ ਨਾਲ ਬੇਬੇ ਵਾਸ਼ਰੂਮ ਟਾਇਲਟ ਜਾਂਦੀ ਹੈ ਹੁਣ ਆਪ। ਇਹ ਸਭ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਦੇ ਸਦਕਾ ਜੋ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਿਹਰ ਦੇ ਸਦਕਾ। ਚੱਲ ਬੇਬੇ ਆ ਜਾਂਦੀ ਹੈ। ਕਾਕਾ ਜੀ ਹੈਲੋ ਕਾਕਾ ਜੀ ਦਿਮਾਗ ਹੈ ਉਧਰ ਭੈਣ ਨੂੰ ਮੜਾ ਜਿਹਾ ਕਰ ਦੋ ਠੀਕ। ਇੱਥੇ ਬੈਠੋ ਬਾਪੂ ਜੀ ਇੱਥੇ ਬੈਠੋ ਮਾਂ ਆ ਇੱਥੇ ਉੱਥੇ ਬੈਠੋ। ਹਾਂਜੀ ਮਾਂ ਦੱਸ ਮੇਰੀ ਅੱਜ ਸਾਗ ਵਾਲੀ ਰੋਟੀ ਆ ਤੇ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਅੱਜ ਆਇਆ। ਆਹ ਦੇਖ ਲਓ ਕਿੰਨਾ ਵੱਲੋਂ ਆਇਆ ਸਾਗ ਤੇ ਮੱਕੀ ਦੀਆਂ ਰੋਟੀਆਂ ਕਾਕਾ ਜੀ। ਮੱਕੀ ਕਿਵੇਂ ਆਣਗੇ ਤੂੰ ਤੇ ਮੈਂ ਕੌਣ ਆ ਭਾਈ ਹੈ ਤੂੰ ਮੇਰਾ ਛੋਟਾ ਭਾਈ ਹੈ। ਤੇਰਾ ਜਨਮ ਕਿਹੜੇ ਸੰਨ ਚ ਹੋਇਆ ਸੀ 5 ਜੂਨ 1983। ਮੇਰਾ ਜਿਹੜਾ ਛੋਟਾ ਭਰਾ ਵਾ ਇੰਦਰਜੀਤ ਤੋਂ 1983 ਜੰਮਿਆ ਸੀਗਾ ਜਿਹੜਾ ਤੇ ਉਹਦਾ ਦੋਨਾਂ ਦਾ ਸੇਮ ਇੰਦਰੀ ਨੂੰ ਮਿਲਿਆ ਸੀ ਨਾ ਤੂੰ ਹਾਂ ਜਿਹੜਾ ਬਾਹਰੋਂ ਆਇਆ ਹੋਇਆ ਹਾਂ ਤੇ ਦੇਖ ਤੂੰ ਸਾਡਾ ਭਰਾ ਵਾ। ਤੇ ਲੱਕੀ ਵੀਰੇ ਹੁਣ ਮੰਨ ਲਾ ਜਿਵੇਂ ਹੁਣ ਸੀਜ਼ਨ ਤੁਹਾਡੇ ਕੰਮ ਦਾ ਹੁਣ ਗਾਂ ਚੱਲੂਗਾ ਪੂਰੇ ਵਿਆਹ ਬੂਹਾਂ ਦਾ ਟਾਈਮ ਹੁੰਦਾ ਨਾ ਸੀਜ਼ਨ ਆਊਗਾ ਹੈ ਨਾ ਦੁਕਾਨਾਂ ਦੇ ਕੋਲ ਲਾਸ਼ਾ ਦੂਸਰਾ ਤੇ ਮੰਨ ਲਓ ਜਿਵੇਂ ਹੁਣ ਆਪਾਂ ਮਾਲ ਚੱਕਦੇ ਹਾਂ ਹੋਲਸੇਲ ਦਾ ਉੱਥੋਂ ਕੋਟਕਪੂਰੇ ਤੋਂ ਚੱਕਦੇ ਜਾਂ ਬਾਹਰੋਂ ਆਉਂਦੇ ਡੀਲਰ ਦੇ ਕੇ ਜਾਂਦੇ ਅੱਛਾ ਲੋਕਲ ਹੀ ਲੈ ਜਾਂਦੇ ਤੇ ਉੱਥੋਂ ਹੀ ਖਰੀਦਦਾ ਤੇ ਉੱਥੋਂ ਹੀ ਵੇਚਦਾ ਹੈ ਨਾ। ਠੀਕ ਆ ਠੀਕ ਆ ਠੀਕ ਆ। ਪਹਿਲਾਂ ਤੁਹਾਡਾ ਮੁਰੱਬੇ ਦਾ ਵੀ ਕੰਮ ਹੁੰਦਾ ਸੀ ਮੁਰੱਬੇ ਦਾ ਉਦੋਂ ਮਾਰਜਨ ਬਹੁਤ ਸੀ ਹੈ ਨਾ। ਦਾਦਾ ਹੁਣ ਜਦੋਂ ਤੁਹਾਡੇ ਦਾਦਾ ਜੀ ਸੀਗੇ ਉਹ ਕੀ ਕਰਦੇ ਸੀ ਮੁਰੱਬੇ ਦਾ ਜ਼ਿਆਦਾ ਕੰਮ ਸੀ ਕਰਦੇ ਸੀ ਡਰਾਈ ਫਰੂਟ ਦਾ वो मंदा तेजी देखते हैं। ਅੱਛਾ ਮੰਦਾ ਤੇਜੀ ਦੇ ਦੇ तो कब्जेदार थे उन्हें पता था इस महीने में चीनी की तेजी आनी है अच्छा वो जी। स्टोर कर देते हैं तो चीनी तेजी आई नहीं है ਹਾਂ उन्हें पता था महीने में तेजी आनी है दिल्ली में ਓਕੇ या महीने जून में तेजी आनी है मई में 200 नग ले रहे थे चीनी के इतने आप में यहाँ पे पैसे होता था 5 लाख 10 लाख उतनी चीनी ले लेते थे ਕਿਸੇ ਨਹੀਂ ਲੈ ਲੈਂਦੇ ਸੀ ਉਨੀ। और तेजी में बेच रहे बस कोई मंजा तेजी देते थे ਵਪਾਰੀ ਯਾਨੀ ਕਿ ਪੂਰਾ ਵਪਾਰੀ ਤਕੜਾ ਵਪਾਰੀ ਸੀ ਬਾਪੂ ਉਹਨੂੰ ਸਮਝ ਸੀ ਬਾਜ਼ਾਰ ਦੀ ਸਾਰੀ। मेरे पापा से भी नॉलेज थी ਤੇ हम दीदी मूंगफली का काम करते थे हम ਮੂੰਗਫਲੀ ਦਾ दीदी मूंगफली का ਗਿਰੀ ਦਾ ਤੇ ਮੂੰਗਫਲੀ ਦਾ वो पैसा कमाया था बहुत ਬਹੁਤ ਪੈਸਾ ਕਮਾਇਆ। पापा भी पैसा चंगा कमाया था हमने 12 केजी मंदिर देखे 12 में ਆ ਜਿਹਨੂੰ ਬਾਜ਼ਾਰ ਦੀ ਸਮਝ ਆ ਬਸ ਉਹ ਸਾਰਾ ਕੁਝ ਹੀ ਆ ਫਿਰ। नहीं मेहनत मंदा केजी ना मार थोड़ा मोटा काम नहीं जी बहुत बड़ा काम है ਉਦੋਂ ਦੇਖੋ ਜੀ ਭੈਣ ਆਪਣੇ ਕੰਬਲ ਦੀ ਤਹਿ ਲਾ मेरे ਰਹੀ ਹੈ पापा ने ਅਮਨਦੀਪ ਕੌਰ ਭੈਣ वो ਸਾਡੀ नहीं जी जोनी सरोनी एक चीज थी जिंदा बेचते ਤੋਰੀਆ ਸਰੋਂ एक होता है ਇੱਕ ਸੂਰਜਮੁਖੀ बीज में पापा ने बहुत पैसा कमाया था ਅੱਛਾ मेरे पापा ने मोल से ਇੱਕ ਚੌਲਾਂ ਦਾ ਬੀਜ ਹੁੰਦਾ हाँ ऐसा बीज था ਹੂੰ उन्होंने बहुत पैसा कमाया था ਅੱਛਾ बस नॉवल सी तेजी मरने की कमाई है कहने में बस ਮਗਜ ਦੇ ਮਗਜ मुझे है चीज ਜਿਵੇਂ ਕੱਦੂ ਦੇ ਵੀ ਹੁੰਦੇ ਆ ਨਾ ਉਹ बीज में कमाए थे ਇੰਨਾ ਪੈਸਾ ਕਮਾ ਲੈਂਦੇ ਹੈ तेजी मंदा दे ਆ ਉਹਨਾਂ ਨੂੰ ਸਮਝ ਸੀ ਨਾ ਬਾਜ਼ਾਰ ਦੀ ਨਬਜ ਪਹਿਚਾਣਦੇ ਸੀ ਉਹ हाँ ਬਾਜ਼ਾਰ दिवाली में वो दिल्ली जाते थे ਉੱਥੋਂ माल ਲਿਆਉਂਦੇ ਸੀ टेलीफोन पर याद नहीं रहती है उनकी डिसमिस होते हैं दुकानदार की हमें चीनी तेजी वो भी दे सकते हैं हमें स्टोर करने हम डाका नहीं करना पड़ता है ਉਹ ਜੇ ਚੰਗੇ ਵਪਾਰੀਆਂ ਨਾਲ ਲਿੰਕ ਸੀਗਾ। तेजी मंदा एक अपना ये अपनी किस्मत
जिम्मेदार भी कहीं आते थे भाई के जी आई जी 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 पापा ने वैसे जी 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 शैलर में चावल भी के जी आई वो बासमती में जी जब हाँ पापा भी ਸਟੋਰ ਕਰ ਲੈਂਦੇ ਸੀ ਲੈ ਕੇ हाँ उस तो पापा ने भी करा है जिम्मेदार भी पूछते जाते थे हाँ, ਤੇ ਤੁਹਾਡੇ ਵੱਡੇ ਕੋਈ ਸਟੋਰ ਵੀ ਲਏ ਹੋਏ ਸੀ ਕਿਰਾਏ ਕਰੂਏ ਤੇ ਜਾਂ ਆਪਦੇ ਸੀਗੇ ਆਪਦੇ ਗਡਾਊਨ ਸੀ जगह से 900 ਗਜ ਦਾ 200 गज 200 ਗਜ ਦਾ ਬਹੁਤ ਵੱਡਾ ਹੁੰਦਾ 200 अन्ना से ਐਡਾ ਵੱਡਾ ਸਟੋਰ ਸੀਗਾ हम ਮੂੰਗਫਲੀ ਤੇ ਗਿਰੀ ਜ਼ਿਆਦਾ ਭਰ ਕੇ ਰੱਖਦੇ ਸੀ ਵਿੱਚ तो मेरी लाइफ है छोड़ना मिनिमम वो अभी जो है जितनी ये हार में होता पैसा वैजू चक के पहला कि जिम कमाई नहीं तो वैजू जो 2% ब्याज ही लेगा ब्याज भी मारा जाएगा ਮਾਰਿਆ ਜਾ तेजी पर मिलने वाली है वो 4,000 वो ब्याज पर मिलने लेकिन 5-6 हज़ार कमाने होते हैं वो ब्याज नहीं मिलेगा कॉपी का बेच करे थे हमने करोड़ ले रहे थे बेचे थे उसमें पैसा कमाया था ਉਹਦੇ 'ਚ ਪੈਸਾ ਕਮਾਇਆ ਲੱਕੀ ਕੋਈ ਗੱਲ ਨਹੀਂ ਹੁਣ ਫੇਰ ਤੈਨੂੰ ਵੀ ਸਾਰਾ ਮਾਰਾਂਗੇ ਜੈ ਸ਼੍ਰੀ ਰਾਮ करोड़ में हमने कुट्टी 54 लाख रुपए दी ਅੱਛਾ 65 लाख की बेची थी मेरे भाई की दुनिया ही थी दिशा ਹਾਂ ये कोई कहानी सी चार मम्मा दंगे को मेरे भाई छोड़ा इसको लेना दिशा है मैं ले गया दिशा दही 15 दिनों में 20 दिनों में महीने में 11 लाख का नफा है ਗਰੀਸ਼ਾ ਇੰਨੀ ਕਰਮ ਵਾਲੀ ਆ 11 लाख 65 लाख की बेची दलाल जिंदा पहले खोलू सी दलाल पहले आए मेरे भाई छोटी बेची ਵੀ ਸਾਨੂੰ ਦਿਓ ਹਾਂ ਕੀ ਸੀਗਾ छोटी बनी सी सिंगर कमर्शियल ਅੱਛਾ 200 ਦਾ 250 ਦਾ 54 ਲੱਖ ਹੀ ਲਈ ਸੀ ਕੋਠੀ ਲਈ ਸੀ ਇੰਨੀ ਵੱਡੀ ਹਾਂ ਅभी महीने में अंदर में भी जिंदा पहले खोला ਸੀ पहले दाल आई है दलाल भाई ये बेची ਦੇ ਦਿਓ। ਕਿੰਨੇ ਦੀ ਦੇਣੀ ਹੈ ਦੱਸੋ छोटी वो शानदार में 4 पोर्शन में 4 रूम बने थे एसी लगे हुए थे फुल 11 लाख रुपए ਇਹਨੇ ਰੋਹਿਤ ਨੇ ਤਿਆਰ ਕਰਾਈ ਸੀ ਰੋਹਿਤ ਨੇ ना बनी बनाई ली ਬਣੀ ਬਣਾਈ ਲਈ ਤੇ ਇਹ ਤੇਰੀ ਜਿਹੜੀ ਗਰੀਸ਼ਾ ਇਹ ਕਰਮਾਂ ਵਾਲੀ ਹੈ ਪਰ ਨਾ ਉਹਨੇ ਗਰੀਸ਼ਾ ਨੇ ਤੇਰੀ ਕਿਸਮਤ ਬਦਲੀ ਆ ਹੁਣ ਦੇਖ ਲਾ विशु आई थी वो दिन हमारे जन्म शुक्रवार दिन था शुक्रवार दिन था माता रानी का हाँ। शुक्रवार रात में हुई थी ਅੱਛਾ ਰਾਤ ਨੂੰ ਸ਼ੁੱਕਰਵਾਰ ਨੂੰ ਜਨਮ ਹੋਇਆ ਸੀ ਇਹਦਾ ਰਾਤ ਦਾ ਹੈ शुक्रवार दिन था ਦਿਨ ਦਾ ਕਿੱਥੇ ਜਨਮ ਹੋਇਆ ਸੀ ਇਹਦਾ शुक्रवार दिन था ਹਾਂ माता रानी का दिन उनका ਮਾਤਾ ਰਾਣੀ ਦਾ ਦਿਨ ਆ, ਸ਼ੁੱਕਰਵਾਰ ਹਾਂ शुक्रवार रात में हुई थी 11 ਅੱਛਾ ਰਾਤ ਨੂੰ ਹੋਈ 11 ਵਜੇ ਕਿੱਥੇ ਕਿਹੜੇ ਹਸਪਤਾਲ ਹੋਈ ਸੀ ਨਰੈਣ ਉੱਥੇ ਕੋਟਕਪੂਰੇ और बस अपन दोधा लिया था ना ਹਾਂ ਟੋਡਾ ਹਾਂ ਲਿਆਈ ਹਾਂ उसे उस लाइन पर पहले आ गए अपना आधे चले गए थे हाँ। कुछ ਅੱਛਾ ਉਦੋਂ ਪਹਿਲਾਂ ਨਰੈਣ ਹਸਪਤਾਲ ਹੈ एक पूरी कर्म हो रही है कि उस दिन हुई सी दूसरे दिन दुकान टाइम ही मिला रोटी खाने का पूरा रश ਇੰਨਾ ਰਸ਼ ਯਾਨੀ ਕਿ ਰੋਟੀ ਖਾਣ ਦਾ ਵੀ ਵੇਲ ਨਹੀਂ ਮਿਲਿਆ मैं तो बिजी था आज काम धीरे में रिश्तेदार आए थे मेरे पापा ने भाई ने टाइम नहीं पापा जो बोल रहे हैं वो भी पूछ रहे उससे हाँ अभी बात बना देंगे तुम ही नजर ना नजर ਧੀਆਂ ਕਰਮਾਂ ਵਾਲੀਆਂ ਹੁੰਦੀਆਂ ਵੀ ਜ਼ਿਆਦਾਤਰ ਨਾ यूँ तो चंदे नंबर लेके 80-90 ਹਾਂ, ਦੱਸਦੇ ਆ ਸਕੂਲ ਦੇ ਵਿੱਚ ਸਾਰਿਆਂ ਤੋਂ ਵਧੀਆ ਨੰਬਰ ਲੈ ਕੇ ਪਾਸ ਹੁੰਦੀ ਆ ਉਹ ਕਹਿੰਦੇ ਜਦੋਂ ਤੁਹਾਡੇ ਵਾਈਫ ਦੱਸਦੇ ਸੀਗੇ ਆਪਾਂ ਤਾਂ ਬੜਾ ਐਂ ਕਰੀ ਕਸਮ ਨਹੀਂ ਕੀਤੀ ਧੱਕਾ ਸਟਾਰਟ ਹੀ ਸੀ ਮੈਂ ਵੀ ਆਈ ਸੀਗਾ ਧੱਕਾ ਸਟਾਰਟ ਹੀ ਮੇਰੇ 10ਵੀਂ ਚੋਂ 323 ਨੰਬਰ ਆਏ ਸੀਗੇ ਮੈਂ ਬੋਲ ਰਿਹਾ ਨਕਲ ਨੂੰ ਕੰਮ ਨਕਲਾਂ ਚ ਚੱਲ ਰਹੀ ਨਕਲਾਂ ਇੱਥੇ ਲਿਖ ਲੈਂਦਾ ਸੀ ਬਾਂਹ ਤੇ ਨਕਲ ਕਿਵੇਂ ਮਾਰ ਦਿੰਦੇ ਲੱਕੀ ਨਕਲ ਪੱਛੀ ਕਿਤੇ ਪਰਚੀਆਂ ਬਣਾ ਕੇ ਲੈ ਜਾਂਦੇ ਜਿਵੇਂ ਇੱਥੇ ਪਾ ਲੈਂਦਾ ਸੀ ਕਿੱਥੇ ਪਾਉਣੀ ਪਰਚੀ ਆਮਨੇ ਸਾਹਮਣੇ ਇੱਕ ਦੂਜੇ ਤੋਂ ਪਰਚੀ ਲੈ ਲੈਂਦੇ ਸੀ ਉਹ ਤੈਨੂੰ ਕਿਹੜਾ ਸਵਾਲ ਆਇਆ ਤੈਨੂੰ ਕਿਹੜਾ ਸਵਾਲ ਆਇਆ ਓਏ ਉਹ ਤੂੰ ਬਾਂਹ ਤੇ ਵੀ ਲਿਖ ਲੈਂਦਾ ਹੁੰਦਾ ਸੀ ਮਾਮੂ ਦੇ ਚੱਲਦੇ ਚੱਲਦਾ ਰਹਿੰਦਾ ਜੀ ਮੈਂ परिवार के गठिए के में 4-5 दिन पास करना 5 दिन पास करना ਜ਼ਰੂਰੀ ਸੀਗਾ अन्ना बनना चाहिए ਜਦੋਂ ਅਸੀਂ 10ਵੀਂ ਮੈਂ ਪਾਸ ਕੀਤੀ ਸੀ ਨਾ ਜਿਹੜਾ ਸਾਡੇ ਸਕੂਲ ਦਾ ਮਨੀਟਰ ਸੀਗਾ ਕਲਾਸ ਦਾ ਉਹਨੂੰ ਨੰਬਰ ਮੇਰੇ ਤੋਂ ਘੱਟ ਆਏ ਸੀ ਮੈਨੂੰ ਜ਼ਿਆਦਾ ਆਏ ਸੀ ਤੇ ਉਹ ਮਨੀਟਰ ਮੈਨੂੰ ਪੁੱਛੇ ਕਹਿੰਦਾ ਯਾਰ ਤੈਨੂੰ ਨੰਬਰ ਕਿਵੇਂ ਵੱਧ ਆ ਗਏ ਤੇ ਮੈਂ ਕਿਹਾ ਬਾਈ ਬਸ ਇਹ ਉਹੀ ਜਾਣਦਾ ਸਾਡੇ ਰੱਟੇ ਅਸੀਂ ਰੱਟੇ ਲਾਉਂਦੇ ਸੀ ਉਹ ਪ੍ਰੈਕਟੀਕਲ 'ਚ ਪੜ੍ਹਦਾ ਸੀ ਤਿਆਰੀ ਕਰਦਾ ਸੀ ਨਵਨੀਤ ਤੂੰ ਵੀ ਜਦੋਂ ਪਾਸ ਹੁੰਦੀ ਸੀ ਰੱਟੇ ਲਾ ਕੇ ਪਾਸ ਹੁੰਦੀ ਸੀ ਤੂੰ ਪੜ੍ਹਾਈ 'ਚ ਬਹੁਤ ਧਿਆਨ ਦਿੰਦੀ ਸੀ
ਰੱਟੇ ਲਾ ਕੇ ਜਿਵੇਂ ਰੱਟੇ ਲਾਉਂਦੇ ਸੀਗੇ ਬਹਿ ਜਾ ਲੱਕੀ ਉਹ ਲੱਕੀ ਇੱਥੇ ਆ ਕੁਰਸੀ ਲੈ ਆ ਕੇ ਜਿਵੇਂ ਰੱਟੇ ਲਾਉਂਦੇ ਸੀਗੇ ਜਿਵੇਂ ਮੰਨ ਲਓ ਹੁਣ ਜਿਵੇਂ ਤੂੰ ਉਸ ਤੋਂ ਬਾਅਦ ਕੀਤੀ ਬੀਏ ਕੀਤੀ ਹੈ ਨਾ ਬੀਏ ਦੇ ਵਿੱਚ ਤਾਂ ਮੰਨ ਲਓ ਪੜ੍ਹਾਈ ਦੇ ਵਿੱਚ ਰੱਟੇ ਨਹੀਂ ਚੱਲਦੇ ਹੋਣੇ ਉੱਥੇ ਵੀ ਚੱਲ ਜਾਂਦੇ ਨੇ ऐसे किया था ਐਸੇ ਕਰਦੇ ਜਿਵੇਂ ਪਰਚੀਆਂ ਬਣਾ ਕੇ ਲੈ ਨਕਲ ਮਾਰ ਕੇ ਉਹ ਤਾਂ ਨਹੀਂ ਕਰਦੇ ਕੋਈ ਤੇਰੇ ਨਾਲ ਦੀਆਂ ਕਰਦੀਆਂ ਸੀ ਪਰ ਤੂੰ ਨਹੀਂ ਕਰਦੀ ਤੂੰ ਰੱਟਾ ਮਾਰ ਕੇ ਲੈ ਲਿਆ ਯਾਦ ਕਰ ਕਰ ਬਾਰ-ਬਾਰ ਪੜ੍ਹੀ ਜਾਣਾ ਰੱਟਾ ਲਾ ਠੀਕ ਹੈ ਗੱਲ ਆਪਣੇ ਬਿਮਲਾ ਭੈਣੇ ਉਰੇ ਆਇਓ ਮਾੜਾ ਜਿਹਾ ਬਿਮਲਾ ਭੈਣੇ ਤੁਸੀਂ ਕਿੰਨਾ ਪੜ੍ਹੇ ਹੋਏ ਹੋ ਥੋੜਾ ਤਾਂ ਪੜ੍ਹੇ ਹੋ ਇੱਥੇ ਤਾਂ ਆ ਜਾਓ ਅੱਗੇ ਆ ਜਾਓ ਇੱਧਰ ਵੀ ਆ ਜਾਓ ਹਾਂ ਭਾਈ ਬੇਬੇ ਰਾਣੀ ਬੇਬੇ ਤੂੰ ਪੜ੍ਹੀਆਂ ਕਿੰਨਾ ਪੜ੍ਹੀਆਂ ਤੂੰ ਕੋਈ ਨਹੀਂ ਪੜ੍ਹੀ ਬਿਮਲਾ ਭੈਣੇ ਜਦੋਂ ਤੂੰ ਛੋਟੀ ਸੀ ਤੈਨੂੰ ਸਕੂਲੇ ਲਾਇਆ ਸੀ ਇੱਕ ਵਾਰੀ ਘਰਦਿਆਂ ਨੇ ਅੰਗਰੇਜ਼ੀ ਤੈਨੂੰ ਪੜ੍ਹਨੀ ਆਉਂਦੀ ਹੁਣ ਤੂੰ ਮੇਰੇ ਫੋਨ 'ਚ ਪੜ੍ਹ ਕੇ ਸੁਣਾਈ ਆ ਕਿੰਨਾ ਪੜ੍ਹੀ ਆ ਤੂੰ ਇੱਕ ਦੋ ਜਾਣੀ ਅੰਗਰੇਜ਼ੀ ਲਿਖ ਲੈਂਦੇ ਆ ABC ਆਉਂਦੀ ਆ ਹੈਨਾ ਪੜ੍ਹਨੀ ਵੀ ਆਉਂਦੀ ਤੂੰ ਮੇਰੇ ਫੋਨ ਤੇ ਪੜ੍ਹ ਕੇ ਸੁਣਾਇਆ ਲੈਪਟਾਪ ਲਿਖਿਆ ਹੋਇਆ ਸੀ ਹੈਨਾ ਠੀਕ ਹੁਣ ਨਹੀਂ ਆਉਂਦੀ ਹਾਂ ਚੱਲ ਕੋਈ ਨਾ ਤੇ ਹੁਣ ਤੁਸੀਂ ਮੈਨੂੰ ਦੱਸੋ ਕੀ ਕਹਿੰਦੇ ਤੁਸੀਂ ਇੱਥੇ ਕੀ ਕਰਨਾ ਵਾ ਮੂੰਹ ਦਾ ਦੰਦ ਲਵਾਉਣੇ ਆ? ਦੰਦ ਲਵਾ ਦੇ ਮੂੰਹ ਖੋਲੀ ਪੂਰਾ ਦੰਦ ਤੇਰੇ ਆਪੇ ਨਿਕਲ ਗਏ ਸਾਰੇ ਤਾਂ ਮੰਨ ਲਓ ਆਪੇ ਇਕੱਲਾ ਦੰਦ ਨਿਕਲ ਗਿਆ ਜਾਂ ਕਢਾਤੇ ਸੀ ਅੱਛਾ ਗਲ ਗਏ ਸੀਗੇ ਠੀਕ ਆ ਠੀਕ ਦੰਦ ਲਵਾਉਣੇ ਆ ਉਹਨਾਂ ਨੇ ਤੇ ਅੱਖਾਂ ਦੀਆਂ ਐਨਕਾਂ ਲਵਾਉਣੀਆਂ ਵੀ ਧਿਆਨ ਦੇਣ ਕੋਈ ਨਾ ਆਪਾਂ ਦੰਦ ਲਵਾ ਲੈਂਦੇ ਠੀਕ ਆ ਜਦੋਂ ਤੂੰ ਜਾਏਂਗੀ ਹੁਣ ਪਿੰਡ ਆਪਦੇ ਉੱਥੇ ਦੰਦ ਲੱਗੇ ਹੋਣਗੇ ਲੋਕਾਂ ਨੇ ਪਛਾਣਨਾ ਇਹਨੇ ਕਿਹੜਾ ਆ ਤਾਂ ਬਿਮਲਾ ਉਹ ਲੱਗਦੀ ਹੀ ਨਹੀਂ ਜੀ ਪਹਿਲਾਂ ਵਾਲੀ ਬਿਮਲਾ ਦਾ ਚਿਹਰਾ ਹੋਰ ਸੀਗਾ ਹੁਣ ਹੋਰ ਆ ਹੈਨਾ ਕੋਈ ਨਾ ਆਪਾਂ ਕੱਲ ਨੂੰ ਭੇਜਾਂਗੇ ਹਸਪਤਾਲ ਡਾਕਟਰ ਨਾਲ ਗੱਲ ਕਰਕੇ ਤਾਂ ਫਿਰ ਡਾਕਟਰ ਤੋਂ ਕਹਿ ਕੇ ਨਾ ਦੰਦ ਦੋਨੇ ਉੱਪਰ ਵੀ ਥੱਲੇ ਵੀ ਲਵਾ ਦਾਂਗੇ ਠੀਕ ਆ ਠੀਕ ਹੈ ਨਵਨੀਤ ਰੱਟੇ ਮਾਰ ਨਵਨੀਤ ਸਾਡੀ ਭੈਣ ਐਂ ਖੁਸ਼ ਰਿਹਾ ਕਰ ਰੋਣਾ ਨਹੀਂਗਾ ਠੀਕ ਆ ਮਾਨ ਆਮ ਮਿਸ ਬੈਦਵਾਰ How are you? What's your name? ਅਮਨਦੀਪ ਕੌਰ ਬੈਦਵਾਨ ਬੈਦਵਾਨ ਸਾਹਿਬ ਸਤਿ ਸ੍ਰੀ ਅਕਾਲ ਦਵਾਈ ਪੈ ਰਹੀ ਹੈ ਬਾਬੂ ਕਹੀ ਜਾਂਦੇ ਆਪਾਂ ਟਾਈਮ ਟੂ ਟਾਈਮ ਨਾ ਦਵਾਈ ਪਾਈ ਚੱਲਿਓ ਮਿਸ ਨਾ ਕਰਿਓ ਤਾਂ 2 ਟਾਈਮ ਹਾਂ ਕਿਉਂਕਿ ਵਾਹਿਗੁਰੂ ਮਿਹਰ ਕਰੇ ਚਲੋ ਦਵਾਈ ਨਾਲ ਹੀ ਉਮਰ ਦੇ ਵਿੱਚ ਜਿਵੇਂ ਤੁਸੀਂ ਆਪਰੇਸ਼ਨ ਲੈਣ ਤੋਂ ਪਹਿਲਾਂ ਪਵਾਏ ਹੋਏ ਤੁਹਾਡੇ ਹੈ ਲੈਂਸ ਪਾਇਆ ਓਕੇ ਦੋਨਾਂ ਅੱਖਾਂ 'ਚ ਓਕੇ ਕਿੰਨਾ ਕੁ ਟਾਈਮ ਪਹਿਲਾਂ ਪਵਾਏ ਸੀ ਲੈਂਸ ਬਹੁਤ ਸਾਲ ਗੱਡੀ 'ਚ ਮੇਰਾ ਛੋਟਾ ਬੈਗ ਲਿਆ ਤੇ ਦਿੱਕਤ ਹੁਣ ਇਹਦੇ 'ਚ ਆ ਰਹੀ ਹੈ ਤੁਹਾਨੂੰ ਮੰਨ ਲਓ ਧੱਬਾ ਜਿਹਾ ਕੋਈ ਮੂਹਰੇ ਅੱਖ ਦੇ ਦਿਖਾਈ ਦਿੰਦਾ ਓਕੇ ਤੁਹਾਨੂੰ ਕੁਝ ਨਹੀਂ ਸ਼ੋਰ ਨਿਗਾਹ ਦੇ ਵਿੱਚ ਕੀ ਲੱਗਦਾ ਤੁਹਾਨੂੰ ਕੁਝ ਘੱਟ ਅੱਖ ਵੀਕ ਲੱਗਦੀ ਥੋੜੀ ਤੇ ਪਹਿਲਾਂ ਤੁਹਾਡੇ ਐਨਕ ਲੱਗੀ ਹੋਈ ਸੀਗੀ ਕਿੰਨੇ ਨੰਬਰ ਸੀਗੀ ਐਨਕ ਦਾ ਨੰਬਰ ਲੱਗ ਗਿਆ ਬਾਪੂ ਦੇ ਐਨਕ ਦਾ ਨੰਬਰ ਦਵਾਈ ਦੱਸੀ ਦਵਾਈ ਤੋਂ ਬਾਅਦ ਦਵਾਈ ਦੇ ਨਾਲ ਐਨਕ ਦਾ ਕੀ ਦਵਾਈ ਬਾਅਦ ਉੱਥੇ ਮੈਂ ਤਾਂ ਬਾਪੂ ਉਹ ਕਾਕਾ ਕੁਰਸੀ ਦਿਓ ਇੱਕ ਠੀਕ ਆ ਬਾਪੂ ਮੰਨ ਲਓ ਜਦੋਂ ਤੁਸੀਂ ਪਹਿਲਾਂ ਲੈਂਸ ਪਵਾਏ ਸੀਗੇ ਲੈਂਸ ਪਾਉਣ ਤੋਂ ਬਾਅਦ ਵੀ ਐਨਕ ਲਾਉਣੀ ਪੈਂਦੀ ਸੀ ਲਾਉਣੀ ਪੈਂਦੀ ਇਹਦੇ ਅਮਨਦੀਪ ਦੇ ਤਾਂ ਨਹੀਂ ਸੀ ਐਨਕ ਲੱਗੀ ਹੋਈ ਲੱਗੀ ਹੋਈ ਸੀ ਅੱਛਾ ਅਮਨਦੀਪ ਤੇਰੇ ਦੰਦ ਆਪੇ ਟੁੱਟ ਗਏ ਦੰਦ ਕਾਫੀ ਨਿਕਲੇ ਪਏ ਝਾੜ ਵੀ ਇੱਧਰਲੀ ਹੈ ਨਹੀਂ ਇਹਦੀ ਸਾਰੀ ਇਹ ਆਪੇ ਟੁੱਟ ਕੇ ਜਾਂ ਕੀ ਹੋਇਆ ਅਮਨਦੀਪ ਭੈਣੇ ਮੂੰਹ ਖੋਲੀ ਇੱਧਰਲੇ ਦੰਦ ਵੀ ਹੈ ਨਹੀਂ ਉਹ ਝਾੜ ਵੀ ਇਹ ਕਢਾਏ ਸੀਗੇ ਕਿ ਆਪੇ ਨਿਕਲ ਗਏ ਕਢਾਇਆ ਨਹੀਂ ਕੋਈ ਠੀਕ ਨਵਨੀਤ ਭੈਣ ਤੁਸੀਂ ਅੱਖਾਂ ਦਾ ਕੀਤਾ ਹੋਇਆ ਕੋਰਸ ਹੈ ਨਾ ਅੱਖਾਂ ਦਾ ਕੀ ਕੋਰਸ ਕੀਤਾ ਹੋਇਆ ਤੁਸੀਂ ਹੈ ਆਈ ਟੈਸਟਿੰਗ ਦਾ ਕੋਰਸ ਹੁੰਦਾ ਜਿਹੜਾ ਉਹ ਵੀਰੇ ਉਹਨਾਂ ਨੂੰ ਬੁਲਾ ਲਾ ਅੰਦਰ ਜਿਹੜੇ ਆਏ ਹੋਏ ਆ
ਆਈ ਟੈਸਟਿੰਗ ਜਿਵੇਂ ਮੰਨ ਲਓ ਜਿਹੜੇ ਅੱਖਾਂ ਵਾਲੇ ਡਾਕਟਰ ਹੁੰਦੇ ਆ ਉਹਨਾਂ ਦੇ ਮੂਹਰੇ ਤੁਸੀਂ ਅਸਿਸਟੈਂਟ ਲੱਗ ਸਕਦੇ ਹਨਾ, ਮਤਲਬ ਤੁਸੀਂ ਉਹਨਾਂ ਦਾ ਜਿਹੜਾ ਚੈੱਕਅਪ ਕਰਨ ਦੇ ਅੱਖਾਂ ਮਸ਼ੀਨ ਤੇ ਉਹਦੀ ਨੌਲੇਜ ਆ ਤੁਹਾਨੂੰ। ਜੇ ਆਪਾਂ ਅੱਖਾਂ ਵਾਲੇ ਕਿਸੇ ਡਾਕਟਰ ਨਾਲ ਗੱਲ ਕਰੀਏ ਤੇ ਤੁਹਾਨੂੰ ਉੱਥੇ ਮੂਹਰੇ ਲਵਾ ਦਈਏ ਕੰਮ ਤੇ ਤੁਸੀਂ ਅੱਖਾਂ ਟੈਸਟ ਕਰਨ ਦਾ ਕੰਮ ਕਰ ਸਕਦੇ ਹੋ, ਕਰ ਲਓਗੇ। ਕਿੰਨੀ ਕੁ ਤਨਖਾਹ ਹੁੰਦੀ ਹੈ ਤੁਹਾਡੇ ਇਸ ਡਿਪਾਰਟਮੈਂਟ 'ਚ? ਤੁਹਾਡੀ ਤੁਸੀਂ ਕਿੰਨੀ ਐਕਸਪੈਕਟ ਕਰਦੇ ਹੋ ਤਨਖਾਹ? स्टार्टिंग में सारे कम ही देते हैं। ਮੰਨ ਲਓ ਕਿੰਨੇ 5000 ਕਿ 3000 ਹੈ ਸਟਾਰਟਿੰਗ ਦੇ ਵਿੱਚ 5000 ਠੀਕ ਆ। ਚੱਲ ਮੈਂ ਕਰੂੰਗਾ ਗੱਲ ਕਿਸੇ ਡਾਕਟਰ ਨਾਲ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਉਹ ਨਾ ਨਾ ਵੀਰੇ ਮੈਂ ਤਾਂ ਗੱਲ ਨਹੀਂ ਮਤਲਬ ਜੱਫੀ ਪਾ ਲਾ ਵੀਰੇ, ਜੱਫੀ ਪਾ ਲਾ। ਨਹੀਂ ਉਹ ਨਹੀਂ ਆਪਾਂ ਹੈਲੋ ਬੇਟਾ ਮਾਤਾ ਜੀ ਵੀ ਲੈ ਕੇ ਆਏ? ਇਹ ਠਾਕੁਰ ਜੀ ਹੈ ਜੀ, ਠਾਕੁਰ ਜੀ ਇਹਨਾਂ ਦੀ ਕਿਰਪਾ ਨਾਲ ਹੀ ਅਸੀਂ ਅੱਛਾ ਜੀ ਅਸੀਂ ਲੋਕਲੀ ਮਾਛੋੜ ਤੋਂ ਮਾਛੂੜ ਹਾਂਜੀ ਹਾਂਜੀ ਸਵੇਰੇ ਕੀਤੀ ਸੀ। ਅਸੀਂ ਆਏ ਸੀ ਉਹ ਥੋੜੇ ਜਿਹੇ ਆਰਤੀ ਵਾਸਤੇ ਕੱਪੜੇ ਜੇ ਸੀਗੇ ਅੱਛਾ 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 ਉਹ ਲੈ ਕੇ ਆਏ ਸੀ। ਆਰਤੀ ਤੇਰੇ ਵਾਸਤੇ ਕੱਪੜੇ ਲੈ ਕੇ ਆਏ ਨੇ। ਆਰਤੀ ਠੀਕ ਹੈ ਤੂੰ? ਠਾਕੁਰ ਜੀ ਆਏ ਨੇ ਮੱਥਾ ਟੇਕ ਲਾ ਉੱਠ ਕੇ। ਜਿਮਲਾ ਭੈਣੇ ਤੁਸੀਂ ਵੀ ਕਰੋ ਦੱਸ। ਆਰਤੀ ਠੀਕ ਆ ਤੂੰ? ਪਾਪਾ ਆਏ ਹੋਏ ਸੀ ਗੱਪਦਾ ਨਹੀਂ ਹੁਣ ਗੱਪੀ ਦਾ ਨਹੀਂ ਹੈ ਦੇਖਿਆ ਆਰਤੀ ਕਿੰਨੇ ਸੋਹਣੇ ਕੱਪੜੇ ਨਾਲੇ ਚੀਜ਼ੀਆਂ ਨਾਲੇ ਵਾਲੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਵੀ ਲੈ ਕੇ ਆਏ ਨੇ। ਚੱਪਲਾਂ ਤੇਰੀਆਂ ਇੱਧਰ ਹੀ ਪਈਆਂ ਆ, ਕੱਢ ਦੇ ਚੱਪਲਾਂ ਵੀਰੇ ਥੱਲੇ। ਸਾਡੀ ਆਰਤੀ ਦੇਖੋ ਕਿੰਨੀ ਔਖੀ ਆ ਵਿਚਾਰੀ ਤੇ ਫਿਰ ਵੀ ਜਿੰਦਾ ਦਿਲ ਆ, ਫਿਰ ਵੀ ਬਾਈ ਇਹ ਪਰਵਾਹ ਨਹੀਂ ਕਰਦੀ। तांबड़ा क्या है ना बड़ा लंबू तो सीधू के पैर बढ़िया। खाना में निकल रहा जय सही क्या है अरे जय जैसे सोच कम है और खन्ने आरती तेरे लिए चीजियां लेके आती हैं पता है कुछ पक्का लेके जाएंगे तो ऐसे ले जाएंगे चल जल्दी लेके आइए उसने बोले कि तू बर्गर है तो खाऊंगा जय हमारे खाने इतने ग्राहक के लिए बाकी क्या होता सिंह ग्राहक क्या आने में तो सही है ना आ जाएंगे बाकी आज पर कार कर लव में हो गए ਬਹੁਤ ਕਰਮ ਕਈ ਜਿਹੜੇ ਕੁਝ ਕਰਮ ਹੋ ਜਾਂਦੇ। ਹਾਂ ਬਾਪੂ ਸਤਿ ਸ਼੍ਰੀ ਅਕਾਲ। ਕਿਵੇਂ ਬਾਪੂ ਗੋਪਾਲ? ਬਾਪੂ ਸ਼੍ਰੀ ਕ੍ਰਿਸ਼ਨ ਜੀ ਨੂੰ ਲੈ ਕੇ ਮੱਥਾ ਟੇਕਿਆ। मंदिर 2016 ਚ ਭੈਣ ਸੇਵਾ ਸ਼ੁਰੂ ਹੋਈ ਸੀ ਸਾਡੀ। ਅਸੀਂ ਢਾਬਾ ਚਲਾਉਂਦੇ ਸੀ ਦਿੱਲੀ ਰੋਡ ਤੇ ਤਰਾਹੇ। ਢਾਬਾ ਬੰਦ ਪਿਆ ਸੀ ਯਾਨੀ ਕਿ ਜਾ ਕੇ ਖੋਲ੍ਹਿਆ ਵੀ ਇਹਨਾਂ ਨੇ ਕਰਕੇ ਚਲਾਉਣਾ ਸ਼ੁਰੂ ਕਰ ਦਿੱਤਾ। ਮੇਰੇ ਮਨ ਦੇ ਵਿੱਚ ਪਹਿਲਾਂ ਤੋਂ ਸ਼ੁਰੂ ਤੋਂ ਇੱਕ ਲੋੜਵੰਦ ਬੰਦਾ ਮਿਲਦਾ ਦੀ ਕੋਸ਼ਿਸ਼ ਕਰੀ ਵੀ ਜਿੰਨੀ ਮਦਦ ਕਰ ਸਕਦੇ ਕੱਪੜੇ ਲੈ ਕੇ ਚੱਪਲਾਂ ਲੈ ਕੇ। ਕਿਉਂਕਿ ਮੇਰੇ ਫਾਦਰ ਸਾਹਿਬ ਬਹੁਤ ਬਿਮਾਰ ਰਹੇ ਸੀ ਮੇਰੇ ਢਾਬੇ ਤੇ ਵੀ ਕੋਈ ਆਉਂਦਾ ਸੀ ਰੋਟੀ ਪਾਣੀ ਛਕਾ ਲਈ ਜਾਂਦੀ। ਦੇਖੀ ਸੀ ਤੁਹਾਡੇ ਦੇਖਦੇ ਆ ਰੱਖੀਆਂ ਨੂੰ ਮਾਰ ਕੇ ਵੀ ਫੋਟੋਆਂ ਪਾ ਕੇ ਆਇਆ ਇੱਕ ਕੋਟਕਪੂਰੇ ਦੀ ਇੱਕ ਕੁੜੀ ਤੈਨੂੰ ਮੈਂ ਨਹੀਂ ਸਪੈਸ਼ਲ ਕਹਿੰਦੀ ਲੱਕੀ ਵੀਰਾ ਮੇਰਾ ਭਰਾ ਵਾ ਇੱਕੋ ਸ਼ਹਿਰ ਤੋਂ ਮੈਂ ਵੀਡੀਓ ਦੇਖੀ ਕਿ ਵੀਰਾ ਬਹੁਤ ਇਹ ਬਹੁਤ ਗਿਆ ਰੋਡ ਤੇ ਨਾ ਪੰਟਾ
ਅਮਨਦੀਪ ਭੈਣੇ ਕੀ ਗੱਲ ਕਰ ਰਹੀ ਆ? ਮੇਰੀ ਬੈਲਵਾ ਓਕੇ। ਅਮਨਦੀਪ ਭੈਣੇ ਜਦੋਂ ਤੂੰ ਕਾਲਜ ਪੜ੍ਹਦੀ ਸੀ ਕੋਈ ਪਾਰਟਿਸਿਪੇਟ ਕਰਦੀ ਹੁੰਦੀ ਸੀ ਤੂੰ ਕਿਸੇ ਮੰਨ ਲਓ ਕਿਸੇ ਡਰਾਮਾ ਕਲਾਸ ਜਾਂ ਭੰਗੜਾ ਗਿੱਧੇ ਵਾਲੀ ਚ ਜਾਂ ਕਿਸੇ ਹੋਰ ਚ? ਲਿਟਰੇਚਰ ਲਿਟਰੇਚਰ ਦੇ ਵਿੱਚ ਜਿਹੜਾ ਲਿਟਰੇਚਰ ਨਾਲ ਰਿਲੇਟਡ ਕੋਈ ਪਾਰਟਿਸਿਪੇਸ਼ਨ ਕੀਤੀ ਸੀ ਕਿਸੇ ਪ੍ਰੋਗਰਾਮ 'ਚ? ਇੱਕ ਗਾਣੇ ਦੀ ਤੈਨੂੰ ਮਿਊਜ਼ਿਕ ਦੀ ਬਹੁਤ ਹੈਗੀ ਹੈ। ਮੈਂ ਅੱਗੇ ਵੀ ਤੂੰ ਗਾਣੇ ਕਈ ਵਾਰੀ ਗਾਈ ਜਾਂਦੀ ਹੁੰਦੀ ਬੈਠੀ, ਤੈਨੂੰ ਕਾਫੀ ਰੁਚੀ ਹੈ ਤੇਰੀ ਮਿਊਜ਼ਿਕ ਨਾਲ, ਹੈ ਨਾ? ਹੁਣ ਵੀ ਤੇਰਾ ਮਨ ਹੈ ਕਿ ਮੰਨ ਲਓ ਤੇਰਾ ਕੋਈ ਹੈ ਜੀ ਓਕੇ, ਤੇਰਾ ਹੁਣ ਮਨ ਹੈ ਕੋਈ ਮਿਊਜ਼ਿਕ ਦੇ ਵਿੱਚ ਕੁਝ ਕਰਨ ਦਾ? ਮਿਊਜ਼ਿਕ ਦੇ ਉੱਪਰ ਤੂੰ PhD ਕਰ ਸਕਦੀ ਹੈ ਮਿਊਜ਼ਿਕ ਤੇ, ਐਡਮਿਸ਼ਨ ਕਰਾ ਦਾਂਗੇ। ਨਹੀਂ ਕਰਨਾ ਕੁਝ ਲਿਰਿਕਸ ਲਿਖਣੇ ਆਉਂਦੇ ਨੇ ਤੈਨੂੰ? ਲਿਖਣਾ ਪਸੰਦ ਕਰਦੀ ਆ? ਤੈਨੂੰ ਕਾਪੀ ਪੈਨ ਦੇ ਦਈਏ ਹੈ ਲਿਖਾਂਗੇ ਰਾਈਟਰਸ ਜੇ ਮੈਂ ਤੁਹਾਨੂੰ ਕਾਪੀ ਪੈਨ ਦੇਵਾਂ? ਪ੍ਰਤਿਭਾ ਪਾਟਿਲ ਤੁਸੀਂ ਭੈਣੇ ਕਲਪਨਾ ਚਾਵਲਾ ਨੂੰ ਬਾਪੂ ਕੀ ਕਹਿ ਰਹੀ ਹੈ ਭੈਣੇ? ਕੀ ਕਹਿ ਰਹੀ ਹੈ? ਇੱਕ ਮਿੰਟ ਪ੍ਰੈਜ਼ੀਡੈਂਟ ਬਣੀ ਸੀ ਹਾਂ ਪ੍ਰਤਿਭਾ ਪਾਟਿਲ ਆਪਣੇ ਪ੍ਰੈਜ਼ੀਡੈਂਟ ਸੀ। ਹਾਂਜੀ ਉਹਦੇ ਬਾਰੇ ਕਹਿ ਰਹੇ ਕੁਝ? ਕਿਉਂਕਿ ਇੰਗਲਿਸ਼ ਚ ਬੋਲਦੇ ਨਾ, ਮੈਨੂੰ ਸਮਝ ਨਹੀਂ ਆਉਂਦੀ ਅੰਗਰੇਜ਼ੀ ਨਾਲ, ਸਾਡਾ ਥੋੜਾ ਜਿਹਾ ਰੌਲਾ ਹੀ ਸੀ ਪਹਿਲਾਂ। ਠੀਕ ਹੈ, ਇਹ ਜ਼ਿਆਦਾ ਗੱਲ ਇੰਗਲਿਸ਼ ਚ ਹੀ ਕਰਦੀ ਹੈ ਨਾ, ਕੱਲੀ ਵੀ ਜਦੋਂ ਗੱਲ ਕਰਦੀ ਇੰਗਲਿਸ਼ ਹਿੰਦੀ ਚ ਕਰਦੀ ਸੀ ਪਹਿਲਾਂ ਓਕੇ, ਬਾਅਦ ਵਿੱਚ ਪੰਜਾਬ ਚ ਫਿਰ ਪੰਜਾਬੀ ਸ਼ੁਰੂ ਹੋ ਗਈ। ਮੇਰੇ ਤਾਂ ਸਾਰੇ ਹਿੰਦੀ ਬੋਲਦੇ। ਹਿੰਦੀ ਬੋਲ ਇਹ ਜ਼ਿਆਦਾ ਪੜ੍ਹਾਈ ਇਹਦੀ ਜ਼ਿਆਦਾ ਬੰਬੇ ਹੋਈ ਹੈ ਨਾ, ਕਿਉਂਕਿ 18 ਸਾਲ ਇਹ ਬੰਬੇ ਰਹੀ ਹੈ ਨਾ। ਇਹ ਬੱਚੀ ਦਾ ਮਰਾਠੀ ਪੂਰੇ ਨੇ ਮਰਾਠੀ ਦੇ ਵਿੱਚ ਜੇ ਤੂੰ ਕਹਿਣਾ ਹੋਵੇ ਵੀ ਤੁਸੀਂ ਸਾਰੇ ਠੀਕ ਹੋ, ਤੁਹਾਡੇ ਘਰ-ਬਾਰ ਸਾਰੇ ਘਰ ਦੇ ਵਿੱਚ ਸਾਰੇ ਠੀਕ ਆ, ਮਰਾਠੀ 'ਚ ਬੋਲ ਕੇ ਸੁਣਾਈ ਭੈਣੇ। ਅੱਛਾ, ਇਹ ਮਰਾਠੀ 'ਚ ਕਿਹਾ ਹੈ ਨਾ। ਮਰਾਠੀ ਵਾਲੇ ਵੀ ਸਮਝ ਲਓ ਭਾਈ ਸਾਡੀ ਅਮਨ ਦੀ ਭੈਣ ਮਰਾਠੀ 'ਚ ਵੀ ਗੱਲ ਕਰਦੀ ਹੈ। ਦੇਖੋ ਬਾਪੂ, ਜਦੋਂ ਤੁਸੀਂ ਤੁਹਾਡੀ ਬੰਬੇ 'ਚ ਬਦਲੀ ਹੋ ਕੇ ਗਈ ਹਾਂ ਟ੍ਰਾਂਸਫਰ, ਉਦੋਂ ਕਿਹੜੀ ਕਲਾਸ 'ਚ ਪੜ੍ਹਦੀ ਸੀ? ਬੰਬੇ ਜਾ ਕੇ ਤੂੰ ਕਿਹੜੀ ਕਲਾਸ 'ਚ ਲੱਗੀ ਸੀ ਭੈਣੇ? ਨਹੀਂ, ਕਿਹੜੀ ਕਲਾਸ ਦੇ ਵਿੱਚ? ਚਲੋ ਠੀਕ ਆ ਫਿਰ 12th? ਇੱਕ ਮਿੰਟ ਹੈਂ? ਜਦੋਂ ਤੁਸੀਂ ਮੰਨ ਲਓ ਬੰਬੇ ਜਾ ਕੇ ਕਾਲਜ 'ਚ ਲੱਗੇ ਸੀ ਜਾਂ ਸਕੂਲ 'ਚ ਲੱਗੇ ਸੀ? ਜੂਨੀਅਰ ਸਕੂਲ ਦੇ ਵਿੱਚ ਕਿਹੜੀ ਕਲਾਸ 'ਚ? 11th 11 ਉੱਥੋਂ, ਯਾਨੀ ਕਿ ਤੁਸੀਂ ਪਲੱਸ 2 ਉੱਥੇ ਕੀਤੀ ਜਾ ਕੇ, ਪਲੱਸ 1 ਤੇ ਪਲੱਸ 2। ਫਿਰ ਉਸ ਤੋਂ ਬਾਅਦ ਜਿਹੜੀ BA ਕੀਤੀ ਉਹ ਕਿੱਥੇ ਕੀਤੀ? ਕਿਹੜਾ ਕਾਲਜ ਸੀ? DCG ਦਾ ਫੁੱਲ ਫਾਰਮ ਕੀ ਸੀ? ਪਤਾ ਨਹੀਂ ਇਹਦਾ DCG ਦਾ ਫੁੱਲ ਫਾਰਮ ਕੀ ਸੀਗਾ? ਅੱਛਾ, ਚੰਡੀਗੜ੍ਹ ਦਾ ਸੀ। ਉਹ ਤਾਂ ਚੰਡੀਗੜ੍ਹ ਦਾ ਸੀਗਾ। ਜਿਹੜਾ ਬੰਬੇ ਚ ਕਾਲਜ ਸੀ ਤੇਰਾ, ਉਹਦਾ ਨਾਂ ਕੀ ਸੀ ਬੰਬੇ ਵਾਲੇ ਕਾਲਜ ਦਾ? ਕਿਹੜਾ? ਬਾਲ ਵਿਦਿਆ ਬਾਣੀ ਵਿਦਿਆਲਾ ਜੂਨੀਅਰ ਕਾਲਜ। ਠੀਕ ਹੈ, ਉੱਥੇ ਤੈਨੂੰ ਪ੍ਰਿੰਸੀਪਲ ਦਾ ਨਾਮ ਯਾਦ ਆ? ਕਿਹੜਾ ਪ੍ਰਿੰਸੀਪਲ ਕੌਣ ਸੀ? ਕਿਹੜਾ? ਵਿਜੇ ਲక్ష్ਮੀ ਪਾਂਡੇ ਗਣੇਸ਼ਾ। ਠੀਕ ਹੈ ਭੈਣੇ, ਠੀਕ ਹੈ। ਉੱਥੇ ਤੇਰੀ ਕੋਈ ਮੰਨ ਲਓ ਫਸਟ ਫਰੈਂਡ ਸੀਗੀ ਕੋਈ ਸਹੇਲੀ ਤੇਰੀ ਬਹੁਤ ਜ਼ਿਆਦਾ ਕਲੋਜ਼? ਡਾਕਟਰ ਸੀ ਉਹ। ਤੇਰੀ ਫਰੈਂਡ, ਬੈਸਟ ਫਰੈਂਡ ਤੇਰੀ ਕੌਣ ਆ ਜਿਹਨੂੰ ਤੂੰ ਆਪਣਾ ਬੈਸਟ ਫਰੈਂਡ ਕਹਿ ਸਕਦੀ ਆ? ਇੰਦਰਜੀਤ, ਉਹ ਬ੍ਰਦਰ ਸੀ ਤੇਰਾ।
तेरा फर्स्ट फ्रेंड सी तेरा कौन सी फर्स्ट फ्रेंड तेरी कौन सी जो कॉलेज ਦੇ ਵਿੱਚ ਜਿਹਨਾਂ ਤੂੰ ਜਾਣਾ ਰੂਮ ਸੀ ਓਕੇ ਕੋਈ ਨਹੀਂ ਉੱਥੇ ਹੌਸਟਲ ਤਾਂ ਰਹਿ ਘਰੇ ਆਉਂਦੀ ਸੀ ਰੋਜ਼ ਨਾ ਬੰਬੇ ਵੀ ਹੋਸਟਲ ਸੀ ਚੰਡੀਗੜ੍ਹ ਵੀ ਹੋਸਟਲ ਘਰੇ ਰੋਜ਼ ਅਪ ਡਾਊਨ ਕਰ ਠੀਕ ਹੈ ਵੀਰੇ ਜਾਣਾ ਫਿਰ ਤੁਸੀਂ ਹਾਂਜੀ ਠੀਕ ਹੈ ਵੀਰੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੱਥੇ ਆਏ ਸਾਡੇ ਕੋਲ ਇਹਦੇ ਬਾਰੇ ਕੀ ਚੀਜ਼ਾਂ ਲੈ ਕੇ ਦੇ ਸਕਦੇ ਜੇ ਸਾਨੂੰ ਪੁੱਛ ਕੇ ਅਸੀਂ ਰਿਕੁਆਇਰਮੈਂਟ ਲਿਸਟਾਂ ਲਾਉਣੇ ਹੁੰਦੇ ਅਸੀਂ ਪੈਸੇ ਨਹੀਂ ਦੇਣੇ ਚੀਜ਼ਾਂ ਲੈ ਜਾਵਾਂਗੇ ਰਾਸ਼ਨ ਕੱਪੜੇ ਦਵਾਈਆਂ ਆਹੀ ਪੈਸੇ ਤੁਸੀਂ ਹਸਪੀਟਲ 'ਚ ਦੇ ਸਕਦੇ ਹੋ ਪੈਸੇ ਨਾ ਦਵਾਈਆਂ ਦੇ ਬਿੱਲ ਦੁੱਧ ਦੇ ਬਿੱਲ ਮੰਨ ਲਓ ਹਾਰਡਵੇਅਰ ਦੇ ਬਿੱਲ ਦੇ ਸਕਦੇ ਅਸੀਂ ਇਹਦੇ ਵਿੱਚ ਹਾਂਜੀ ਉਦੋਂ ਉਹ ਤੁਹਾਨੂੰ ਸਾਰਾ ਕੁਲਵਿੰਦਰ ਗਾਈਡ ਕਰ ਦੂਗਾ ਤੁਸੀਂ ਆਪਣਾ ਐਡਰੈਸ ਨਾਮ ਤੇ ਈਮੇਲ ਆਈਡੀ ਵਗੈਰਾ ਸਾਨੂੰ WhatsApp ਕਰਨੀ ਤੁਹਾਨੂੰ ਜਿਵੇਂ ਆਧਾਰ ਕਾਰਡ ਦੇ ਨੂੰ ਸਾਈਡ ਦੀ ਫੋਟੋ ਖਿੱਚ ਕੇ ਭੇਜਣੀ ਤੇ ਤੁਹਾਨੂੰ ਰਜਿਸਟਰ ਕਰਨਾ ਠੀਕ ਹਾਂ ਸਰਪੰਚ ਤੁਹਾਡੀ ਘਰ ਦੇ ਵਿੱਚ ਕਿੰਨੇ ਮੈਂਬਰ ਨਵੇਂ ਆ ਗਏ ਨੇ ਉਹ ਬਾਊ ਠੀਕ ਆ ਬਾਉ ਆਇਆ ਬਾਊ ਢਿੱਲਾ ਹੋ ਗਿਆ ਨਾ ਬਾਊ ਕੋਈ ਗੱਲ ਨਹੀਂ ਠੀਕ ਮੇਰੇ ਨਾਲ ਰੋਗੇ ਠੀਕ ਕਿਉਂ ਨਹੀਂ ਕਰੂਗਾ ਮੈਨੂੰ ਰਾਤ ਦੀ ਬੜੀ ਤਕਲੀਫ ਹੁੰਦੀ ਪਈ ਹੈ ਰਾਤ ਨੂੰ ਸਿਰ ਦਰਦ ਪੇਟ ਦਾ ਜ਼ੁਕਾਮ ਤੇ ਕੋਈ ਨਾ ਠੀਕ ਹੋ ਜਾਣਾ ਬਾਪੂ ਠੀਕ ਹੋ ਜਾਣਾ ਇੱਕ ਮਹਾਰਾਜਾ ਚੱਲਦਾ ਹੁਣ ਇੱਕਦਮ ਮੌਸਮ ਬਦਲਿਆ ਨਾ ਟੋਪੀ ਟਾਪੀ ਲੈ ਕੇ ਰੱਖਿਆ ਕਰ ਜਰਾਬਾਂ ਪਾ ਕੇ ਰੱਖਣੀਆਂ ਟੋਪੀ ਲੈ ਕੇ ਇੱਕਦਮ ਹਵਾ ਲੱਗਦੀ ਹੈ ਸਰਪੰਚ ਵੀ ਢਿੱਲਾ ਹੋ ਗਿਆ ਸਾਡਾ ਉਹ ਸਰਪੰਚ ਆ ਜਰਾਬਾਂ ਦੇ ਦਿਨਾਂ ਮੈਂ ਕਹਿ ਦਿੰਦਾ ਦੇ ਦੂਗਾ ਹੁਣ ਸਾਰਿਆਂ ਨੂੰ ਜਰਾਬਾਂ ਕਢਾ ਕੇ ਦਿਓ ਕਾਕਾ ਨਾਲੇ ਬੂਟ ਤੇ ਜਰਾਬਾਂ ਹੁਣ ਮੌਸਮ ਬਦਲ ਗਿਆ ਵਾ ਪਾਲ ਉਹ ਸਰਪੰਚ ਆ ਓਏ ਢਿੱਲਾ ਹੀ ਹੋ ਗਿਆ ਯਾਰ ਸਰਪੰਚ ਬਾਪੂ ਸਾਡਾ ਢਿੱਲਾ ਹੀ ਹੋ ਗਿਆ ਯਾਰ ਹੈ ਠੀਕ ਹੋ ਜਾਣਾ ਬਾਪੂ ਨੇ ਚੜਾਈ ਤਾਂ ਸਰਪੰਚ ਆ ਤੇਰੀ ਆ ਅਸੀਂ ਤਾਂ ਐਵੇਂ ਜਗ੍ਹਾ ਘੇਰੀ ਆ ਕਿਉਂ ਸਰਪੰਚ ਆ ਬਾਬੂ ਚੰਦ ਸ਼ਰਮਾ ਜੀ ਸਾਡੇ ਠੀਕ ਨੇ ਜੀ ਹੁਣ ਵਾਹਿਗੁਰੂ ਦੀ ਮਿਹਰ ਨਾਲ 2 ਦਿਨ ਹੋ ਗਏ ਥੋੜਾ ਬੁਖਾਰ ਚੜਦਾ ਸੀਗਾ ਤੇ ਉਲਟੀਆਂ ਲੱਗ ਗਈਆਂ ਸੀ ਠੀਕ ਹੋ ਜਾ ਬਾਪੂ ਭੇਜਾਂਗੇ ਪਹਿਲਾਂ ਠੀਕ ਹੋ ਜਾ ਨਹੀਂ ਬਾਪੂ ਹੁਣ ਬੁਖਾਰ ਚੜੇ ਥੋੜੀ ਭੇਜਾਂਗੇ ਘਰੇ ਭਾਣਜੀ ਕੋਲੇ ਭਾਣਜੀ ਤਾਂ ਆਈ ਨਹੀਂ ਮਿਲਣ ਉਹਨੂੰ ਪਤਾ ਹੀ ਹੋਣੇ ਬਹੁਤ ਪਤਾ ਪਹਿਲੇ ਹੀ ਏਦਾਂ ਦੇ ਦੇਖੋ ਇਹਨਾਂ ਦੇ ਪਿਆਰ ਆ ਹੁਣ ਬੱਚਿਆਂ ਨੂੰ ਭਾਣਜੀ ਆ ਬਾਪੂ ਦੇ ਲੁਧਿਆਣੇ ਸਿਹਤ ਕਿਤੇ ਰਹਿੰਦੇ ਬਾਪੂ ਕਹਿੰਦਾ ਵੀ ਮਿਲ ਕੇ ਆਉਣਾ ਕਿਤੇ ਅਸੀਂ ਆਟੋ 'ਚ ਭੇਜਿਆ ਸਾਰਾ ਸਾਡਾ ਟੀਮ ਦਾ ਮੈਂਬਰ ਨਾਲ ਗਿਆ ਆਟੋ 'ਚ ਸਾਰਾ ਸ਼ਹਿਰ ਘੁਮਾ ਲਿਆ ਕਿਉਂਕਿ ਕਿਤੇ 10-15 ਸਾਲ ਪਹਿਲਾਂ ਕਿਤੇ ਉੱਥੇ ਆਏ ਸੀ ਕੋਕਾ ਕੋਲਾ ਚੌਕ ਕੋਲੇ ਕਹਿੰਦਾ ਰਹਿੰਦੇ ਸੀ ਉਹ ਹੁਣ ਲੁਧਿਆਣਾ ਤਾਂ 10-15 ਮਹੀਨਿਆਂ ਦੇ ਵਿੱਚ ਬਦਲ ਰਿਹਾ ਹੈ ਕਿੰਨੇ ਕੋਲ ਬਣਦੇ ਨੇ 15 ਸਾਲ ਪਹਿਲਾਂ ਤਾਂ ਲੁਧਿਆਣਾ ਹੋਰ ਤਰ੍ਹਾਂ ਦਾ ਸੀਗਾ ਅੱਜ ਹੋਰ ਤਰ੍ਹਾਂ ਦਾ ਵਾ ਉੱਥੇ ਲੱਗਿਆ ਨਹੀਂ ਬਾਪੂ ਨੇ ਘਰ ਲੱਭ ਲੁੱਭ ਕੇ ਫਿਰ ਬਾਪੂ ਮੁੜਿਆ ਆ ਬਾਪੂ ਨੂੰ ਜੇ ਕਹੀਏ ਨਾ ਵੀ ਉਹ ਤਾਂ ਆਉਂਦੇ ਨਹੀਂ ਗਏ ਕੋਈ ਵੀ ਬਾਪੂ ਨੇ ਹੋਰ ਵੀ ਬੰਦਿਆਂ ਨੂੰ ਤਾਂ ਬਾਪੂ ਕਹਿੰਦਾ ਉਹਨਾਂ ਨੂੰ ਪਤਾ ਨਹੀਂ ਯਾਰ ਸਾਡੇ ਬਾਰੇ ਉਹਨਾਂ ਨੂੰ ਕੀ ਪਤਾ ਮੈਂ ਇੱਥੇ ਆ ਯਾਨੀ ਕਿ ਆਪਣਿਆਂ ਨੂੰ ਮਾੜਾ ਨਹੀਂ ਕਹਿੰਦਾ ਕੋਈ ਆਪਣਿਆਂ ਨਾਲ ਫਿਰ ਵੀ ਬਾਪੂ ਪਾਲ ਦੀ ਭੈਣ ਆਈ ਸੀ ਮੰਦਾ ਦੇਖ ਲੈ ਕਿੰਨਾ ਪਿਆਰ ਕਰਦੀ ਹੈ ਮੰਦਾ ਹਨਾ ਆਈ ਸੀ ਹਾਂ ਗੁਰਪ੍ਰੀਤ ਕਿਵੇਂ ਆ ਇਹ ਵੀਰਾ ਗੁਰਪ੍ਰੀਤ ਆ ਜੀ ਤੇ ਇਹਦੇ ਮੰਮੀ ਆ ਮਾਤਾ ਜਗਦੀਪ ਕੌਰ ਦੋਨੋਂ ਹੀ ਠੀਕ ਨਹੀਂ ਹੈਗੇ ਸੀ ਦਿਮਾਗੀ ਬੜੀ ਮਾੜੀ ਕੰਡੀਸ਼ਨ ਦੇ ਵਿੱਚ ਸੀਗੇ ਘਰ 'ਚ ਰਹਿੰਦੇ ਸੀਗੇ ਮਾਤਾ ਦੇ ਸਿਰ 'ਚ ਕਹਿੰਦੇ ਜਟਾਵਾਂ ਦੇ ਗੁੱਛੇ ਬਣੇ ਹੋਏ ਸੀ ਬਾਲ ਬੜੀ ਮੁਸ਼ਕਲ ਨਾਲ ਸਾਫ਼ ਕੀਤੇ ਖਿੱਚ ਕੇ ਗੁਜਰਾਂ ਤੋੜੀਆਂ ਤੇ ਗੁਰਪ੍ਰੀਤ ਵੀਰਾ ਵੀ ਸਟੋਰੀਆ ਪਹਿਲਾਂ ਕੰਮ ਕਰਦਾ ਸੀ ਬਾਈ ਦੋਨੋਂ ਮਾਂ ਪੁੱਤ ਘਰ 'ਚ ਰਹਿੰਦੇ ਇੱਕ ਭਰਾ ਇਹਨਾਂ ਦਾ ਗੁਰਪ੍ਰੀਤ ਦਾ ਛੋਟਾ ਉਹ ਜੋਬ ਕਰਦਾ ਵਿਚਾਰਾ ਤੇ ਉਹ ਨਾਲ ਦਾ ਘਰ ਚੱਲਦਾ ਕਿਦਾਂ ਹੀ ਬਾਪੂ ਭਵਾਨੀਗੜ੍ਹ ਤੋਂ ਤੁਸੀਂ ਦੇਖਿਆ ਸਤਿ ਸ਼੍ਰੀ ਅਕਾਲ ਬਾਪੂ ਬਾਪੂ ਠੀਕ ਆ ਹੁਣ ਤਾਂ ਨਹੀਂ ਥੁੱਕਦਾ ਥੁੱਕਤੇ ਤਾਂ ਨਹੀਂ ਉੱਪਰ ਐਸੇ ਕਰਤੇ थे ना उस दिन थूक देते थे हाँ कोई बात नहीं ठीक हो गया बापू तू हिंदी बोलदा सुनदा मैं हिंदी कि पंजाबी तू पंजाबी बंदा पंजाब ਦਾ ਰਹਿਣ ਵਾਲਾ ਪੰਜਾਬ ਦਾ ਤੁਸੀਂ ਦੇਖਿਆ ਸੀ ਕਿਵੇਂ ਕਿੰਨਾ ਗੁੱਸਾ ਕਰ ਰਿਹਾ ਸੀ ਉਸ ਦਿਨ ਹਨਾ ਕਿੰਨਾ ਸਿਰ ਏਦਾਂ ਤਾਂ ਮਾਰਦਾ ਸੀ ਪੈਰ ਇਹਦਾ ਨਾ ਮਤਲਬ ਪੂਰਾ ਆ ਦੇਖੋ ਪੱਟੀ ਹੁੰਦੀ ਆ ਅੰਗੂਠਾ ਤਾਂ ਹੈ ਨਹੀਂ ਖਾ ਲਿਆ ਪੂਰਾ ਕੀੜਿਆਂ ਨੇ ਤੇ ਅੰਗੂਠੇ ਦੇ ਨਾਲ ਦੀ ਅੱਧੀ ਉਂਗਲ ਵੀ ਕੀੜਿਆਂ ਨੇ ਖਾ ਲਈ ਸੀ ਤੇ ਹੁਣ ਡਾਕਟਰ ਤੋਂ ਹਸਪੀਟਲ
ਟ੍ਰੀਟਮੈਂਟ ਚੱਲਦਾ ਸੀ, ਛੁੱਟੀ ਮਿਲ ਗਈ ਹਸਪੀਟਲ ਤੋਂ ਪਰਸੋਂ ਤੋਂ ਇੱਥੇ ਆ ਗਿਆ ਬਾਪੂ। ਵੀਕਨੈਸ ਵੀ ਘਟ ਗਈ ਹੈ ਕਾਫੀ, ਪਹਿਲਾਂ ਨਾਲੋਂ ਕਮਜ਼ੋਰੀ ਬਹੁਤ ਸੀ, ਖੂਨ ਬਹੁਤ ਘੱਟ ਸੀਗਾ, ਗੁੱਸਾ ਬਹੁਤ ਜ਼ਿਆਦਾ ਕਰਦੇ ਸੀ, ਦਿਮਾਗੀ ਬਹੁਤ ਅਫਸਰ ਸੀ। ਦਿਮਾਗ ਦੇ ਡਾਕਟਰ ਤੋਂ ਵੀ ਦਵਾਈ ਚੱਲਦੀ ਆ, ਸਕਿਨ ਵਾਲੇ ਡਾਕਟਰ ਤੋਂ ਵੀ ਮੈਡੀਸਿਨ ਚੱਲਦੀ ਆ, ਤੇ ਐਮਡੀ ਮੈਡੀਸਨ ਤੋਂ ਵੀ ਚੱਲਦੀ ਆ। ਬਾਪੂ ਕੀ ਗੱਲ ਹੋ ਗਈ? ठीक है, क्या बात है बाबा, सब ठीक हो जाएगा, वो भगवान सब कृपा करेगा, है ना, भगवान की कृपा हो जाएगी। देखो बापू ने जो कपड़े पाए नहीं है वो अपनी है ना जैकेट पाई हुई है। ਹੁਣ ਇਹ ਕੱਪੜੇ ਸਾਨੂੰ ਕੌਣ ਦੇ ਕੇ ਜਾਂਦੇ ਨੇ? ਉਹ ਭੈਣ ਭਰਾ ਸੰਗਤ ਜਿਨ੍ਹਾਂ ਨੇ ਕੋਈ ਪੁਰਾਣੇ ਕੱਪੜੇ ਘਰਾਂ ਦੇ ਵਿੱਚ ਪਏ ਹੁੰਦੇ, ਚੰਗੇ ਵਧੀਆ ਕੱਪੜੇ ਸਾਫ਼ ਸੁਥਰੇ। ਇਹ ਮੇਰੇ ਵੀਰ ਭਰਾ ਸਾਡੇ ਕੋਲ ਇਦਾਂ ਦੇ ਕੱਪੜੇ ਵੀ ਦੇ ਨੇ ਜਿਹੜੇ ਨਹੀਂ ਵਰਤੋਂ ਚਾਹੁੰਦੇ, ਬਹੁਤ ਮਾੜੇ ਹੁੰਦੇ ਆ। ਬੇਨਤੀ ਹੈ ਵੀ ਚੰਗੇ ਸਾਫ਼ ਸੁਥਰੇ ਕੱਪੜੇ ਤੁਸੀਂ ਪਹੁੰਚ ਕਰੋ, ਜੇ ਦੇਣੇ ਵੀ ਇਹ ਵਰਤੋਂ ਚਾਹੁੰਦੇ ਨੇ ਸਾਡੇ ਪੁਰਾਣੇ। ਆਪਣੇ ਘਰੇ ਕੋਈ ਚੀਜ਼ ਪੁਰਾਣੀ ਪਈ ਆ, ਜਿਵੇਂ ਮੰਨ ਲਓ ਸਾਈਕਲ ਹੀ ਆ ਬੱਚਿਆਂ ਦਾ, ਇੱਥੇ ਸਾਡੇ ਕੋਈ ਨਾ ਕੋਈ ਚੀਜ਼ ਵਰਤੋਂ 'ਚ ਆ ਜਾਂਦੀ, ਘਰੇ ਪਈ ਚੀਜ਼ ਖਰਾਬ ਹੁੰਦੀ, ਜੰਗਾਲ ਲੱਗ ਰਿਹਾ ਹੈ ਨਾ, ਤਾਂ ਇਸ ਕਰਕੇ। ਹਾਂ ਬਾਪੂ ਸਤਿ ਸ੍ਰੀ ਅਕਾਲ, ਜੈ ਮਾਂ, जय माँ। खुल जाएगा, ठीक हो जाएगा, बिल्कुल हो जाएगा, ठीक हो जाएगा, हो जाएगा। कार्ड ऐसे काट देगा डॉक्टर, थोड़े दिन में प्लास्टर काट जाएगा। प्लास्टर काटने के बाद फिर गोकल बाबा भागेगा, दौड़ेगा, है बाबा, सब ठीक हो जाएगा। जय माँ, जय माँ, जय माँ। हाँ जी बापू ठीक हो? बापू जसविंदर सिंह जी ਟਿਕਰੀ ਬਾਰਡਰ ਤੇ ਬਾਪੂ 9 ਮਹੀਨੇ ਹੋ ਗਏ ਸੀ ਸੇਵਾ ਕਰਦੇ ਨੇ ਕਿਸਾਨੀ ਸੰਘਰਸ਼ ਦੇ ਵਿੱਚ। ਜ਼ਮੀਨ ਨਹੀਂ ਹੈਗੀ ਪਰ ਜ਼ਮੀਰ ਸੀਗੀ ਬਾਪੂ ਕੋਲੇ, ਤੇ ਬਾਪੂ ਜੀ ਦਾ ਉੱਥੇ ਅਸੀਂ ਵੀ ਰਹਿ ਕੇ ਆਏ ਹਾਂ ਉਦੋਂ 4-5 ਮਹੀਨੇ। ਪਾਣੀ ਉੱਥੋਂ ਦਾ ਬਹੁਤ ਯਾਨੀ ਕਿ ਹੋਰ ਤਰ੍ਹਾਂ ਦਾ ਵਾ, ਖੁਸ਼ਕ ਆ ਬਹੁਤ ਜ਼ਿਆਦਾ। ਜੇ ਸਾਬਣ ਲਾਉਂਦੇ ਆ ਬੋਡੀ ਨੂੰ, ਪਾਣੀ ਲਾ ਲੈਂਦੇ ਤਾਂ ਸਾਬਣ ਹੀ ਨਹੀਂ ਲੈਂਦਾ, ਖਾਰਾ ਪਾਣੀ ਹੈ ਬਹੁਤ ਜ਼ਿਆਦਾ ਉੱਧਰਲੇ ਏਰੀਏ ਦਾ। ਤਾਂ ਉਹ ਪਾਣੀ ਦੇ ਕਰਕੇ ਬਹੁਤ ਬੰਦਿਆਂ ਨੂੰ ਉੱਥੇ ਖਾਰਸ਼ ਪੈ ਰਹੀ ਹੈ, ਜਾਂ ਮੰਨ ਲਓ ਕੋਈ ਸਕਿਨ ਦੀਆਂ ਪ੍ਰੋਬਲਮ ਆ ਰਹੀਆਂ। ਤਾਂ ਬਾਪੂ ਨੂੰ ਵੀ ਉੱਥੇ ਸਕਿਨ ਦੀ ਪ੍ਰੋਬਲਮ ਆ ਗਈ ਸੀ, ਵਾਸ਼ਰੂਮ ਵਾਲੀ ਜਗ੍ਹਾ ਤੇ ਜ਼ਖਮ ਹੋ ਗਏ ਸੀ। ਜ਼ਖਮ ਵੀ ਐਡੇ ਵੱਡੇ ਹੋ ਗਏ ਸੀਗੇ ਵੀ ਐਡੇ ਟੋਏ ਪੈ ਗਏ ਸੀ, ਐਡੇ ਖਲੇਪੜ ਬਲੱਡ ਦੇ ਸਕਿਨ ਦੇ ਨਾ ਉੱਪਰੋਂ ਮਾਸ ਦੇ ਲੈ ਗਏ ਸੀਗੇ। ਇੰਨੀ ਮੋਟੀ ਪਰਤ ਤੱਕ ਜਿਹੜੀ ਮਾਸ ਦੀ ਉਹ ਲਟਕਦੀਆਂ ਸੀ ਸਾਈਡਾਂ ਤੇ। ਤਾਂ ਫਿਰ ਉੱਥੋਂ ਸੇਕੇ ਪਿੰਡ ਆ ਬਾਪੂ ਦਾ, ਉੱਥੋਂ ਫਿਰ ਪਿੰਡ ਦੇ ਇੱਕ ਵੀਰ ਹੁਣਾਂ ਨੇ ਕੁਝ ਉਪਰਾਲਾ ਕੀਤਾ, ਰਲ ਕੇ ਸਾਡੇ ਕੋਲੇ ਪਹੁੰਚਦਾ ਕੀਤਾ। ਧੰਨਵਾਦ ਕਰਦੇ ਹਾਂ ਪੂਰੇ ਪਿੰਡ ਵਾਲਿਆਂ ਦਾ, ਸੇਕੇ ਪਿੰਡ ਵਾਲਿਆਂ ਦਾ। ਸਾਰੇ ਵੀਰ ਇੱਥੇ ਆਏ ਵੀ ਸਾਡੇ ਕੋਲੇ ਹੈ ਨਾ, ਉਹਨਾਂ ਨੇ ਆ ਕੇ ਸਾਡੇ ਨਾਲ ਸੰਪਰਕ ਕਰਕੇ ਗੱਲ ਕੀਤੀ। ਜਸਵਿੰਦਰ ਬਾਪੂ ਦਾ ਟ੍ਰੀਟਮੈਂਟ ਉਹ ਵਾਹਿਗੁਰੂ ਕਰਾ ਰਹੇ ਨੇ, ਇੱਥੇ ਦਾਖਲ ਆ ਜਸਵਿੰਦਰ ਬਾਪੂ ਜੀ, ਹੁਣ ਠੀਕ ਆ। ਹੁਣ ਕੁਝ ਦਿਨਾਂ ਤੋਂ ਤੁਰਨ ਫਿਰਨ ਲੱਗ ਗਿਆ, ਜ਼ਖਮ ਠੀਕ ਹੋ ਰਿਹਾ, ਪੱਟੀ ਹੋ ਰਹੀ ਹੈ ਹਰ ਰੋਜ਼। ਤੇ ਸੰਘਰਸ਼ ਦੇ ਵਿੱਚ ਸੇਵਾ ਕਰਨ ਵਾਲੇ ਇੱਦਾਂ ਦੇ ਯੋਧਿਆਂ ਨੂੰ ਸਾਡਾ ਵੀ ਸਲੂਟ ਆ, ਤੇ ਅਸੀਂ ਉਹਨਾਂ ਦੇ ਨਾਲ ਮਾੜਾ ਜਿਹਾ ਵੀ ਸਹਿਯੋਗ ਕਰ ਸਕੀਏ, ਕਰਮਾਂ ਵਾਲੇ ਹੋਵਾਂਗੇ ਅਸੀਂ, ਭਾਗਾਂ ਵਾਲੇ। ਕਿਉਂਕਿ ਬਾਪੂ ਨੇ ਉੱਥੇ ਪ੍ਰਸ਼ਾਦੇ ਦੀ ਸੇਵਾ ਕੀਤੀ ਇੰਨੇ ਮਹੀਨੇ ਹੈ ਨਾ। ਤਾਂ ਅਰਦਾਸ ਕਰਿਓ ਬਾਪੂ ਜਸਵਿੰਦਰ ਖਾਲਸਾ ਜੀ ਆਉਣ ਵਾਲਾ ਜੀਵਨ ਤੰਦਰੁਸਤੀ ਭਰਿਆ ਬਤੀਤ ਕਰਨ। ਹਾਂ ਬਾਬੇ ਕਾਕੇ ਕਿਵੇਂ ਆ? ਠੀਕ ਆ। ਇਹ ਵੀ ਬਾਪੂ ਜੀ ਨੂੰ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਹੀ ਸੌਂਦੇ ਸੀ। ਭੜੀ ਪਿੰਡ ਆ ਜੀ, ਆ ਬੜਾ ਮਸ਼ਹੂਰ ਪਿੰਡ ਆ ਭੜੀ, ਆਪਣੇ ਬੀਜੇ ਪੈੜ ਦੇ ਕੋਲੇ ਹੈ ਨਾ, ਖੰਨੇ ਦੇ ਕੋਲ। ਉੱਥੇ ਬਾਪੂ ਧਰਮਸ਼ਾਲਾ ਦੇ ਪਿਆਰ ਸੀਗਾ। ਕਿ ਅਸੀਂ ਬਲੇਨ ਵੀ ਤੁਹਾਨੂੰ ਐਕਸਪਲੇਨ ਵੀ ਨਹੀਂ ਕਰ ਸਕਦੇ ਵੀ ਕੀ ਹਾਲਾਤ ਸੀ ਬਾਪੂ। ਬਾਥਰੂਮ ਵਾਲੀ ਜਗ੍ਹਾ ਬਾਪੂ ਦੀ, ਇਹਦੇ ਵੀ ਸਾਰੇ ਬਾਥਰੂਮ ਵਾਲੀ ਜਗ੍ਹਾ ਗਲ ਗਈ। ਤੇ ਹੁਣ ਵਾਹਿਗੁਰੂ ਦੀ ਮਿਹਰ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਆਪਰੇਸ਼ਨ ਹੋ ਗਿਆ, ਠੀਕ ਆ। ਹੁਣ ਬਾਪੂ ਜੀ ਤੰਦਰੁਸਤ ਨੇ। ਅਰਦਾਸ ਕਰਿਓ ਆਉਣ ਵਾਲਾ ਜੀਵਨ ਬਾਪੂ ਦਾ ਚੱਲਿਆ। ਇੱਧਰ ਬਾਪੂ ਸਾਡੇ ਜੋਗਰਾਜ ਸਿੰਘ ਜੀ ਛੱਤੀਸਗੜ੍ਹ ਵਾਲੇ, ਇਹਨਾਂ ਤੇ ਵੀ ਪ੍ਰਮਾਤਮਾ ਦੀ ਕਿਰਪਾ ਹੋ ਗਈ ਆ, ਆਪਰੇਸ਼ਨ ਠੀਕ ਹੋ ਗਿਆ ਇਹਨਾਂ ਦਾ ਚੂਲੇ ਦਾ। ਡਾਕਟਰ ਪਹਿਲਾਂ ਕਹਿੰਦੇ ਸੀ 50-50 ਚਾਂਸ ਆ ਵੀ ਕੁਛ ਵੀ ਹੋ ਸਕਦਾ, ਪਰ ਵਾਹਿਗੁਰੂ ਦੀ ਮਿਹਰ ਨਾਲ ਹੁਣ ਠੀਕ ਆ। ਉਹਦੇ ਕੋਲ ਦੀ ਭੈਣ ਸਾਡੇ ਅਖਬਾਰ ਪੜ੍ਹ ਰਹੀ ਆ, ਦੁੱਧ ਇੱਧਰ ਪੱਟੀ ਹੋ ਰਹੀ ਹੈ, ਖੁੱਲੇ ਤਾਂ ਨਹੀਂ ਮੰਨ ਲਓ ਜੀਐਨਐਮ ਕੀਤੀ ਹੋਈ ਹੈ ਨਾ, ਜਿਵੇਂ ਤੁਸੀਂ ਮੰਨ ਲਓ ਜੈਲ ਕੋ ਚੇਂਜ ਕਰਦੇ ਆ ਜਾਂ ਬੋਤਲ ਚੇਂਜ ਕਰਦੇ ਆ, ਬਲੱਡ ਕਿੱਦਾਂ ਨਿਕਲਦਾ? ਦੋਨਾਂ ਦੇ ਉਹਦੇ ਬਾਬੇ ਦੇ ਵੀ ਦੋਨਾਂ ਦੇ ਨਿਕਲਿਆ ਪਿਆ। ਇੱਧਰ ਆਇਆ ਮੈਂ
ਫਿਰ ਬੈੱਡ ਸ਼ੀਟਾਂ ਦੇਖ ਲਾ ਬੈੱਡ ਸ਼ੀਟ ਦੇ ਉੱਤੇ ਆ ਗਏ ਮੈਂ ਇਹੀ ਕੰਮ ਕੀਤਾ ਚਲ ਕੋ ਜਿਹੜੀ ਕੀਤੀ ਦੇਖੋ ਇਹਨਾਂ ਦੀਆਂ ਬਾਪੂ ਜੀ ਦੀਆਂ ਦੋਨੋਂ ਲੱਤਾਂ ਕੱਟੀਆਂ ਗਈਆਂ ਜੀ ਇਹਨਾਂ ਅੱਗੇ ਵੀ ਅਸੀਂ ਕਈ ਵਾਰੀ ਤੁਹਾਡੇ ਨਾਲ ਜ਼ਿਕਰ ਕਰਦੇ ਹਾਂ। ਜੈ ਕਿਸ਼ੋਰ ਇਹਨਾਂ ਦਾ ਨਾਂ, ਇੱਕ ਬਾਂਹ ਕੱਟੀ ਗਈ, 2 ਲੱਤਾਂ ਕੱਟੀਆਂ ਗਈਆਂ। ਟ੍ਰੇਨ ਦੇ ਥੱਲੇ ਆ ਕੇ ਰੋਟੀ ਖਾਣ ਲਈ ਪਾਪੀ ਪੇਟ ਦੇ ਲਈ ਬੰਦਾ ਕੀ ਨਹੀਂ ਕਰਦਾ। ਆ ਦੇਖੋ ਇਹਨਾਂ ਦੀ ਕਿੰਨੀਆਂ ਸਰੀਰ ਦੇ ਉੱਤੇ ਰਗੜਾਂ ਲੱਗੀਆਂ ਹੋਈਆਂ ਆ ਸਾਰਾ ਹੈਨਾ। ਇਹ ਟ੍ਰੇਨ ਦੇ ਥੱਲੇ ਆ ਗਏ ਤੇ ਟ੍ਰੇਨ ਇਹਨੂੰ ਐ ਥੱਲੇ ਘੁੰਮਦੇ ਰਹੇ ਟ੍ਰੇਨ ਦੇ, ਇਦਾਂ ਦਾ ਘੁੰਮੀ ਗਿਆ ਟ੍ਰੇਨ ਦੇ ਥੱਲੇ ਬਾਪੂ। ਤੇ ਕੌਣ ਪੁੱਛਦਾ ਜੀ ਗਰੀਬ ਨੂੰ, ਗਰੀਬ ਦੀ ਨਾ ਵੋਟ ਹੈ ਇਹਦਾ ਕੋਈ ਵਿਚਾਰੇ ਦਾ ਪੰਜਾਬ 'ਚ ਕੋਈ ਵਜੂਦ ਹੀ ਹੈ ਨਹੀਂ। ਤੇ ਪੰਜਾਬ ਦੇ ਵਿੱਚ ਇਹ ਬੰਦਾ ਬਾਪੂ ਕਿੰਨੇ ਸਾਲ ਹੋ ਗਏ ਲੁਧਿਆਣੇ ਸਟੇਸ਼ਨ ਤੇ? 50 ਸਾਲ ਲੁਧਿਆਣੇ। ਕਿਧਰੇ ਕਿੰਨੀ ਕੁ ਉਮਰ ਸੀ ਜਦੋਂ ਆਇਆ ਲੁਧਿਆਣੇ? 12-13 ਸਾਲਾਂ ਦਾ ਸੀ ਬਾਪੂ ਜਦੋਂ ਲੁਧਿਆਣੇ ਆ ਗਏ। ਸਟੇਸ਼ਨ ਤੇ ਚਾਹ ਵੇਚਦਾ ਸੀ ਤੇ ਚਾਹ ਵੇਚਣ ਵਾਲੇ ਤਾਂ ਸਾਰੇ ਐਦਾਂ ਹੋ ਜਾਂਦੇ ਆ, ਪ੍ਰਧਾਨ ਮੰਤਰੀ ਕਾਹਨੂੰ ਬਣਦੇ ਆ ਬਾਈ। ਇਹ ਚਾਹ ਵੇਚਣ ਵਾਲਾ ਬੰਦਾ ਆਹ ਹਾਲਾਤ 'ਚ ਪਹੁੰਚ ਗਿਆ। ਚਾਹ ਵੇਚ ਕੇ ਆਪਣੀ ਰੋਟੀ ਖਾਂਦਾ ਸੀ। ਹੁਣ ਪਿਛਲੇ ਲੋਕਡਾਊਨ ਤੋਂ ਕਰੋਨਾ ਵਾਲੇ ਚੱਕਰ 'ਚ ਚਾਹ ਪੀਣ ਵਾਲਾ ਵੀ ਨਹੀਂ ਸੀ ਕੋਈ ਹੁੰਦਾ ਉੱਥੇ ਵੀ ਰਿਸ਼ਤਾਂ ਚੱਲਦੀਆਂ ਨੇ। ਪੱਕੇ ਪਿੰਡ ਰਾਜ ਆ ਉਹਨਾਂ ਨੂੰ ਉੱਥੇ ਮੌਕਾ ਦਿੱਤਾ ਜਾਂਦਾ ਹੈ ਨਾ। ਇਹ ਮੰਦਰ 'ਚੋਂ ਪ੍ਰਸ਼ਾਦਾ ਛਕ ਕੇ ਬਾਪੂ ਬਾਹਰ ਨਿਕਲਿਆ ਤੇ ਇੱਕਦਮ ਟ੍ਰੇਨ ਆ ਗਈ ਮੂਹਰੇ। ਇਹਨੂੰ ਦਿਖੀ ਹੋਈ ਨਹੀਂ ਟ੍ਰੇਨ, ਜਾਂ ਮੰਨ ਲਓ ਇਹ ਹਨੇਰਾ ਬਹੁਤ ਸੀ। ਇਹ ਕਹਿੰਦਾ ਮੈਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਮੈਂ ਟ੍ਰੇਨ ਦੇ ਨਦ ਦੇ ਥੱਲੇ ਆ ਗਿਆ। ਤੇ ਫਿਰ ਲੱਤ ਵੱਢੀ ਗਈ, ਪਹਿਲਾਂ ਇੱਕ ਵੱਢੀ ਗਈ ਸੀ ਤੇ ਹੱਥ ਇੰਨਾ ਬਚਿਆ ਹੋਇਆ ਸੀਗਾ, ਪਰ ਸਿਵਲ ਹਸਪਤਾਲ ਵਾਲਿਆਂ ਨੇ ਚੱਕ ਕੇ ਪਟਿਆਲੇ ਭੇਜਤਾ। 6-7 ਦਿਨ ਪਹਿਲਾਂ ਇੱਥੇ ਪਾਈ ਰੱਖਿਆ ਪੱਟੀ ਕਰਕੇ, ਫਿਰ 6-7 ਦਿਨ ਪਟਿਆਲੇ ਵਾਲਿਆਂ ਨੇ ਪਾਈ ਰੱਖਿਆ। ਉਹਨਾਂ ਨੇ ਦੇਖਿਆ ਦੇ ਅੱਗੇ ਪਿੱਛੇ ਕੋਈ ਪੈਸੇ ਖਰਚਣ ਵਾਲਾ ਨਹੀਂ, ਉਹ ਵੀ ਚੱਕ ਕੇ ਸਿੱਟਿਆ ਸੜਕ ਤੇ। ਉੱਥੋਂ ਲੋਕਾਂ ਨੇ ਸਾਨੂੰ ਫੋਨ ਕਰਕੇ ਭੇਜੇ, ਵੀਡੀਓ ਬਣਾ ਕੇ ਭੇਜੀ। ਫਿਰ ਦੁਬਾਰਾ ਉੱਥੇ ਦਾਖਲ ਕਰਾਇਆ ਪਟਿਆਲੇ ਬਾਪੂ। ਫਿਰ ਹੁਣ ਵਿਚਾਰੇ ਦੀ ਜਮਾਂ ਹੀ ਲੱਤ ਵੀ ਵੱਢੀ ਗਈ, ਹੱਥ ਵੀ ਵੱਢਿਆ ਗਿਆ, ਇੱਕੋ ਹੀ ਹੱਥ ਰਹਿ ਗਿਆ ਇਕੱਲਾ ਬਸ। ਇੱਦਾਂ ਹੀ ਸ਼ੌਕ ਬਾਬਾ, ਸ਼ੌਕ ਬਾਬੇ ਕਿਵੇਂ ਆ? ਸਤਿ ਐ ਕਰ ਦੇ, ਠੀਕ ਹੋ? ਨਾਭੇ ਵਾਲਿਆਂ ਨੂੰ ਵੀ ਬੇਨਤੀ ਹੈ, ਇਹਦੇ ਭਰਾ ਨੂੰ, ਇਹਦੀਆਂ ਭੈਣਾਂ ਨੂੰ, ਬਾਈ ਮਿਲ ਜਵਾ ਕੇ ਕੋਈ ਨਾ ਕੋਈ ਮਿਹਨਤੀ ਆ ਬਾਈ ਵਾਲਾ ਕਿ ਅੱਧੀ ਵਾਰੀ ਹੋਰ ਗੇੜਾ ਮਾਰੋ, ਇਹਨੂੰ ਹੌਸਲਾ ਹੋ ਜਾਊਗਾ। ਉਹ ਸ਼ੌਕ ਨੂੰ ਕੋਈ ਮਿਲਣ ਆਇਆ ਬਿੱਲੇ, ਉਹ ਬਿੱਲਿਆ रंजन, बिल्ले नु हाक मार रंजन, बिल्ले को बुला के लाओ। हाँ भाई बाबा मल्ला जी कैसे हो? भरत मल्ला ठीक है। अब तो नहीं लेकर रहा कुछ, जख्म साफ हो गया, हो गया, उसकी कृपा हो गई भगवान, है ना बाबा? अरे क्या बात है, मैंने तेरे को बोला था ना कुछ नहीं होगा। तू उस दिन ऐसे ही रो रहा था। डरने का नहीं है, भगवान तेरे साथ है। पर एक बात ध्यान रखना, वो भगवान है ना जो वो इंसान से कुछ मांगता है, वो इंसान को देना चाहिए जो भगवान मांगता है, ठीक है? अब कृपा आनी शुरू हो गई है आपके ऊपर। हाँ जी रनेक सिंह जी सत श्री अकाल। किवें शेख बापू ठीक है? भाई तो कोई नहीं बैठा मैं देखा ज़्यादा बढ़ गया, ठीक है। ਇਹਨੂੰ ਬਾਹਰ ਵੀਲ ਚੇਅਰ ਤੇ ਬਿਠਾਉਣ ਨਾਲ ਜ਼ਖਮ ਵੱਧ ਰਿਹਾ ਛੋਟੇ ਵੀਰ ਬਾਪੂ ਦਾ, ਠੀਕ ਹੈ। ਚਲੋ ਹਜੇ ਨਾ ਹੀ ਭੇਜੋ ਫਿਰ, ਕੋਈ ਨਾ, ਹਨਾ। ਆਰਤੀ ਦਾ ਅੱਜ ਡੈਡੀ ਵੀ ਆਇਆ ਹੋਇਆ, ਆਰਤੀ ਦੀ ਅੱਜ ਮੰਮੀ ਵੀ ਆਈ ਹੋਈ ਆ, ਅੱਜ ਰੋਸ਼ਨੀ ਵੀ ਆਈ ਹੋਈ ਹੈ, ਸਾਰੇ ਭਾਈ ਜੀ ਖਾਲਸਾ। ਹਾਂਜੀ ਠੀਕ ਹੈ, ਆਉਣਾ ਬਾਈ ਜੀ। ਹਾਂ खुशबू बहुत भैड़ी थी वो आंटी जी नहाਉਂਦੀ ਹੈ, ਉਹਨੂੰ ਸੇਵਾ ਕਰਦੀ ਹੈ, ਉਹਦਾ ਗੱਲ ਘੁੱਟ ਦਿੰਦੀ। ਤੂੰ ਖੁਸ਼ਬੂ ਨੂੰ ਸਮਝਾਇਆ ਨਹੀਂ? ਤੂੰ ਆਈ ਨਹੀਂ ਕੱਪੜੇ ਆ ਗਏ ਤੇਰੇ ਕੋਈ ਆਰਤੀ ਅੱਜ ਹੀ ਆਇਆ ਹੈ? ਅੱਜ ਨਹੀਂ ਬਹੁਤ ਚਲਾ ਦੇ ਬਹੁਤ ਚਿਰਾਂ ਕਿੰਨੇ ਸੋਹਣੇ ਸੋਹਣੇ ਸੂਟ ਲੈ, ਆਰਤੀ ਦਾ ਕਿੰਨੀ ਸੋਹਣੀ ਜੈਕਟ ਆ। ਆ ਦੇਖੋ ਜੀ ਆਰਤੀ ਨੂੰ ਸਪੈਸ਼ਲੀ ਕੱਪੜੇ ਦੇ ਕੇ ਜਾਂਦੇ ਨੇ ਆ ਕੇ ਭੈਣ ਭਰਾ ਇੱਥੇ, ਵੀ ਜਿਹੜੇ
ਆਰਤੀ ਦੀ ਵੀਡੀਓ ਨੂੰ ਦੇਖਦੇ ਆ ਤੇ ਉਹ ਕਹਿੰਦੇ ਵੀ ਆਰਤੀ ਨੂੰ ਐਨਕਾਂ ਦੇਖ ਕੇ ਫਿਰ ਤੂੰ ਆਰਤੀ ਦੀਆਂ ਐਨਕਾਂ ਦਿਖਾਉਣੇ ਥੋੜ੍ਹੀਆਂ ਆ ਕੇ ਉਧਰ ਨੂੰ ਦੇਖ ਦੇ ਐਦਾਂ ਕਰਦੇ ਐਦਾਂ ਐ ਇਹਦੇ ਸਾਰਾ ਕੱਢ ਦੇ ਹਾਂ ਹੁਣ ਕਰ ਆਰਤੀ ਗਾਣੇ ਗਾਉਂਦੀ ਆ ਸਾਡੀ ਹੁਣ ਲੈ ਆਰਤੀ ਕੋਲੇ ਦੇਖ ਲੈ ਰੰਜਨ ਤੇਰੇ ਜਿੰਨਾ ਵੱਧ ਗੋਲਡਨ ਸਾਰੇ ਖਾਣ ਵਾਲੀਆਂ ਚੀਜ਼ਾਂ ਪਈਆਂ ਨੇ ਲੈ ਆਰਤੀ ਕੋਲੇ ਤਾਂ ਮਰੂੰਡੇ ਵੀ ਪਏ ਆ ਮਰੂੰਡੇ ਹੁਣ ਗੋਲਡਨ ਆਪਣੇ ਰੰਜਨ ਦੇ ਨੂੰ ਦੇਣੇ ਸੀ ਨਹੀਂ ਖਾਊਗਾ ਕੱਲਾ ਅਸ਼ੋਕ ਨੂੰ ਮੈਂ ਮੈਂ ਛੋਟਾ ਹੁੰਦਾ ਮਰੂੰਡਾ ਬਹੁਤ ਖਾਂਦਾ ਹੁੰਦਾ ਮਰੂੰਡਾ ਖਾਂਦੀ ਤੈਨੂੰ ਪਸੰਦ ਨਹੀਂ ਮਰੂੰਡਾ ਹੁਣ ਪਾਪਾ ਕੀ ਕਹਿੰਦਾ ਤੇਰਾ ਆਇਆ ਵਾ ਪਾਪਾ ਕਹਿੰਦਾ ਮੈਨੂੰ ਲੈ ਜਾਣਾ ਕਹਿੰਦਾ ਆ ਜਾਗਾ ਤੇਰੇ ਕੋਲੇ ਕਹਿੰਦੇ ਫਿਰ ਆਪਾਂ ਕਹਿੰਦੇ ਕਰਾਂਗੇ ਕਹਿੰਦੇ ਕਿਸਤਾ ਭਰ ਕੇ ਆਪਣੀਆਂ ਕਹਿੰਦੇ ਲੌਂਗਵਾਲ ਹੁੰਦਾ ਨਹੀਂ ਜਿੱਥੇ ਮੇਰੀ ਮਾਂ ਦੇ ਮਾਪੇ ਬੈਠੇ ਤੇਰੀ ਮਾਂ ਮਰ ਗਈ ਸੋਨਾ ਦੀ ਮਾਂ ਹੈ ਮਾਂ ਦੇ ਪਾਪੇ ਤੇ ਉਹ ਫਿਰ ਲੌਂਗਵਾਲ ਕਹਿੰਦੇ ਚਲੀ ਜਾਵਾਂਗੇ ਮੈਂ ਫਿਰ ਮੇਰਾ ਪਾਪਾ ਮੇਰੇ ਕੋਲ ਆ ਜਾਏਗਾ ਤੇ ਪਰਸੋਂ ਨੂੰ ਕੋਲ ਆ ਜਾਏਗਾ ਕਹਿੰਦੇ ਮੈਂ ਤੇਰੇ ਕੋਲ ਰਿਹਾ ਕਰਾਂਗਾ ਫਿਰ ਜੋ ਕਹਿੰਦੇ ਠੀਕ ਹੋ ਗਈ ਫਿਰ ਆਪਾਂ ਲੌਂਗਵਾਲ ਬਹਿ ਜਾਵਾਂਗੇ ਲੌਂਗੋਵਾਲ ਬਹਿ ਜਾਓਗੇ ਜਾ ਕੇ ਫਿਰ ਤੇ ਯਾਨੀ ਹੁਣ ਤੇਰੀ ਮੰਮੀ ਲੌਂਗੋਵਾਲ ਰਹੂਗੀ ਲੌਂਗੋਵਾਲ ਕੌਣ ਆ ਲੌਂਗਵਾਲ ਮੇਰੀ ਮਾਸੀ ਮੇਰੇ ਭੈਣਾਂ ਤੇਰੀ ਮਾਸੀ ਆ ਜਦ ਮਾਸੀ ਤੈਨੂੰ ਦੇਖੀ ਸੀ ਜਦ ਇੱਥੇ ਆਈ ਸੀ ਹਾਂ ਇੱਕ ਵਾਰੀ ਆਈ ਸੀ ਮਾਸੀ ਜੋ ਤੇਰੀ ਮਾਸੀ ਆ ਮਾਸੀ ਤੇਰਾ ਤੈਨੂੰ ਪਿਆਰ ਕਰਦੀ ਆ ਵਧੀਆ ਮਾਸੀ ਸਿਆਣੀ ਆ ਪਾਣੀ ਉਹ ਵੀ- ਹੁੰਦੀ ਹੈ ਰੋਟੀ ਪਕਾਉਂਦੀ ਹੈ ਸਾਰਾ ਕੁਝ ਕਰਦੀ ਸਾਰਾ ਕੁਝ ਕਰਦੀ ਤੇ ਮਾਸੜ ਕੀ ਕਰਦਾ ਮਾਸੜ ਹੈ ਮਾਸੀ ਹੋਏਗਾ ਨਹੀਂ ਹੈ ਨੀ ਗਾ ਫਿਰ ਉਹਨਾਂ ਦਾ ਘਰ ਕਿਵੇਂ ਚੱਲਦਾ ਉਹਨਾਂ ਦਾ ਘਰ ਮੈਂ ਦੇਖਿਆ ਨਹੀਂ ਮੇਰੀ ਮੰਮੀ ਨੇ ਦੇਖਿਆ ਨਹੀਂ ਮਤਲਬ ਉਹ ਕਮਾਉਂਦੇ ਕਿੱਥੋਂ ਆ ਪੈਸੇ ਫਿਰ ਉਹ ਵੀ ਮੰਗਦੇ ਆ ਮਾਸੀ ਵੀ ਮੰਗਦੀ ਆ ਇਹਦਾ ਲਾਲ ਨੇ ਗੇੜਾ ਜਿਵੇਂ ਮਾਰਬਲ ਚੱਕਣੇ ਆ ਜਿਹੜਾ ਲਾ ਨੇ ਮਤਲਬ ਕਿਵੇਂ ਜਿਹੜਾ ਕਵਾੜ ਕਪੂੜ ਚੱਕ ਲੈਂਦੇ ਆ ਪਿੰਡਾਂ 'ਚ ਉਹ ਜਿਹੜਾ ਉਹ ਚੁੰਬਕ ਜਿਹਾ ਲਾ ਕੇ ਵੀ ਕਰਦੇ ਚੁੰਬਕ ਨਾਲ ਡੰਡੇ ਨੂੰ ਚੁੰਬਕ ਜਿਹਾ ਲਾ ਕੇ ਮੇਖਾਂ ਇਕੱਠੀਆਂ ਕਰਦੇ ਹੁੰਦੇ ਆ ਕੂੜੇ 'ਚੋਂ ਉਹ ਵੀ ਕਰਦਾ ਜੀ ਤੇ ਮਾਸੀ ਦੇ ਜਵਾਕ ਕਿੰਨੇ ਤੇਰੀ ਦੇ ਮਾਸੀ ਦਾ ਜਾਗ ਤੈਨੂੰ ਤਿੰਨ ਜਵਾਕ ਆ ਮਾਸੀ ਦੇ ਸਭ ਤੋਂ ਵੱਡਾ ਕਿਹੜਾ ਉਹਦਾ ਕੀ ਨਾਮ ਉਹਦਾ ਨਾਮ ਇੱਕ ਨਾਲ ਸੰਜਨਾ ਇੱਕ ਨਾਲ ਸੀਮਾ ਬਸ ਉਹ ਪ੍ਰਸ਼ਾਦਾ ਅੱਜ ਮੱਕੀ ਦੇ ਕਿੰਨਾ ਬੱਲੀ ਹੋਣਾ ਉਧਰ ਵਰਤਾਉਣ ਲੱਗ ਗਏ ਇੱਧਰ ਦੇ ਆ ਕੇ ਪਹਿਲਾਂ ਬਾਪੂ ਜੀ ਅੱਜ ਮੱਕੀ ਦੀਆਂ ਰੋਟੀਆਂ ਵਾ ਤੇ ਸਰੋਂ ਦਾ ਸਾਗ ਆ ਹਰਿਆਣੇ ਤੋਂ ਪਰਿਵਾਰ ਆ ਇੱਕ ਉਹਨਾਂ ਬੱਲੇ ਮੱਖਣ ਵੀ ਲਿਆ ਕੇ ਬਟਰ ਤੇ ਸਰੋਂ ਦਾ ਸਾਗ ਤਾਂ ਬਾਪੂ ਜੀ ਬਹੁਤ ਟਾਈਮ ਬਾਅਦ ਖਾਦਾ ਹਨਾ ਉਦੋਂ ਵੀ ਛਕਿਆ ਤੁਸੀਂ ਤੇ ਅੱਗੇ ਤੁਹਾਡੇ ਘਰ 'ਚ ਜਿਵੇਂ ਤੁਹਾਡੇ ਵਾਈਫ ਸੀ ਸਰੋਂ ਦਾ ਸਾਗ ਬਣਾਉਂਦੇ ਸੀ ਉਹਨਾਂ ਨੂੰ ਬਣਾਉਣਾ ਆਉਂਦਾ ਅੱਜ ਕੱਲ੍ਹ ਦੇ ਜਵਾਕਾਂ ਨੂੰ ਘੱਟ ਆਉਂਦਾ ਕਿਉਂਕਿ ਇਹ ਵੀ ਕਲਾ ਹੀ ਹੈ ਕਿ ਸਰੋਂ ਦਾ ਸਾਗ ਬਣਾਉਣਾ ਹਨਾ ਸਹੀ ਗੱਲ ਆਲਣ ਪਾਉਣਾ ਬਟਰ ਲਿਆ ਕੇ ਪਾਓ ਮੱਖਣ ਲਿਆ ਕੇ ਦੇ ਬਹੁਤ ਮੱਖਣ ਨੰਦਰ ਆਇਆ ਇੱਧਰ ਆ ਪੰਗੇ ਨਾਲ ਆ ਜਦੋਂ ਜੇਬ ਨੂੰ ਚੇਂਜ ਕਰਦੇ ਆ ਬਲੱਡ ਉੱਥੇ ਹੋ ਰਿਹਾ ਨਿਕਲਿਆ ਹੋਇਆ ਚਾਦਰ ਚੇਂਜ ਕਰਾਓ ਹੋਰ ਦੱਸਿਆ ਠੀਕ ਆ ਥੋੜੇ ਬਹੁਤ ਲੱਗੀ ਜੀ ਯਕੀਨ ਮੰਨਿਓ ਸਵੇਰ ਦੇ ਪ੍ਰਸ਼ਾਦਾ ਨਹੀਂ ਛਕ ਸਕੇ ਅੱਜ ਪਹਿਲਾਂ ਡੈਥ ਹੋ ਗਈ ਸੀ ਪਿੰਡ 'ਚ ਮਾਤਾ ਜੀ ਦੇ ਇੱਕ ਉੱਥੇ ਭੋਗ ਤੇ ਚਲੇ ਗਏ ਉੱਥੇ ਵੀ ਚਾਹ ਪੀ ਲਈ ਦੇਖ ਲੈ ਲਈ ਉਸ ਤੋਂ ਬਾਅਦ ਇੱਥੇ ਆ ਕੇ ਵਿਜ਼ਟਰ ਬਹੁਤ ਆਏ ਹੋਏ ਸੀਗੇ ਸਵੇਰ ਤੋਂ ਸ਼ਾਮ ਤੱਕ ਇੱਦਾਂ ਹੀ ਇੱਕ ਤੁਰੇ ਫਿਰਦਿਆਂ ਨਹੀਂ ਇੱਕ ਫੁਲਕੇ ਦੇ ਉੱਤੇ ਸਬਜ਼ੀ ਪਾ ਕੇ ਖਾ ਲਈ ਤੇ ਹੁਣ ਸ਼ਾਮ ਨੂੰ ਰਾਤ ਹੋ ਗਈ ਹੈ ਕੱਲ ਰਾਤ ਦੀ
ਕੱਲ ਸ਼ਾਮ ਨੂੰ ਰੋਟੀ ਖਾਧੀ, ਪ੍ਰਸ਼ਾਦਾ ਛਕਿਆ 6 ਵਜੇ। ਹਾਂਜੀ ਪ੍ਰਸ਼ਾਦਾ ਜੀ। ਖਾਲਸਾ ਵਾਹਿਗੁਰੂ ਫਤਿਹ। ਬਾਬਾ ਜੀ ਠੀਕ ਠਾਕ ਹੋ? ਸਿਹਤਾਂ ਠੀਕ ਹੈ ਬਾਪੂ? ਜੋਗਿੰਦਰ ਸਿੰਘ, ਜਦੋਂ ਤੁਹਾਡਾ ਨਾਮ ਜੋਗਿੰਦਰ ਸਿੰਘ ਆ, ਤੁਹਾਡੀ ਕੱਦ ਕਾਠੀ ਵੀ ਮੇਰੇ ਬਾਪੂ ਜੀ ਅੱਗੇ, ਮੈਨੂੰ ਐਂ ਲੱਗਦਾ ਮੇਰਾ ਬਾਪੂ ਖੜਾ ਹੁੰਦਾ ਜਦੋਂ। ਬਾਪੂ ਜੋਗਿੰਦਰ ਸਿੰਘ ਜੀ ਮਾਡਲ ਟਾਊਨ ਲੁਧਿਆਣੇ ਤੋਂ ਲੈ ਕੇ ਆਏ ਸੀ ਬਾਪੂ ਜੀ ਨੂੰ। ਸਾਡੇ ਪਰਿਵਾਰ ਦਾ ਇੱਕ ਅਹਿਮ ਅੰਗ ਨੇ, ਅਹਿਮ ਹਿੱਸਾ ਨੇ। ਪ੍ਰਸ਼ਾਦਾ ਵਰਤਾਇਆ ਜਾ ਰਿਹਾ। ਅਜੀਤ ਸਿੰਘ ਦਾ ਪਰਿਵਾਰ ਆ ਬਾਈ ਜੀ। ਅੱਜ ਦਾ ਜਿਹੜਾ ਗੁਰੂ ਕਾ ਲੰਗਰ ਆ, ਪ੍ਰਸ਼ਾਦਾ ਵਾ ਜੀ, ਉਹ ਲੁਧਿਆਣੇ ਤੋਂ ਆ। ਪਰਿਵਾਰ ਘਰੋਂ ਤਿਆਰ ਕਰਕੇ ਲੈ ਕੇ ਆਏ ਨੇ ਬਾਈ। ਸਤਿ ਸ਼੍ਰੀ ਅਕਾਲ ਜੀ। ਇਹਦਾ ਜਨਮ ਦਿਨ ਹੈ ਜੀ ਬਾਈ। ਪਾਣੀ ਬਾਈ ਸਟਾਰ ਕਿਹਨੇ ਬਣਾਇਆ? ਕੀਰਤਨ ਨੇ ਸਟਾਰ। ਤੇਰਾ ਨਾਮ ਹਰਸ਼? ਹਰਸ਼ ਚੌਹਾਨ ਦਾ ਬਰਥਡੇ ਆ। ਤੇ ਸਤਿ ਸ਼੍ਰੀ ਅਕਾਲ ਜੀ। ਪਰਿਵਾਰ ਵੱਲੋਂ ਮੱਕੀ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਤਿਆਰ ਕਰਾ ਕੇ ਤੁਹਾਨੂੰ ਪੁੱਛਿਆ ਗਿਆ ਕਿੰਨੇ ਪ੍ਰਸ਼ਾਦੇ ਚਾਹੀਦੇ ਆ। ਅਸੀਂ ਦੱਸਿਆ ਵੀ 700 ਪ੍ਰਸ਼ਾਦਾ ਚਾਹੀਦਾ ਵਾ। ਤੇ ਘਰੋਂ ਤਿਆਰ ਕਰਕੇ ਮੱਕੀ ਦੀਆਂ ਰੋਟੀਆਂ ਤੇ ਸਾਗ ਲੈ ਕੇ ਆਏ ਨੇ ਸਰੋਂ ਦਾ। ਇਹ ਮੈਨੂੰ ਲੱਗਦਾ ਕੋਵਿਡ ਤੋਂ ਬਾਅਦ ਬਾਈ ਪਹਿਲੀ ਵਾਰ ਤੁਸੀਂ ਹੋ। ਅਸੀਂ ਪ੍ਰਸ਼ਾਦਾ ਬੰਦ ਕੀਤਾ ਸੀ ਬਾਹਰਲਾ। ਮੈਂ 2 ਵਾਰ ਪਹਿਲਾਂ ਹਾਂਜੀ, ਅਸੀਂ ਗੁਰੂ ਘਰ ਲੰਗਰ ਇੱਥੇ ਤਿਆਰ ਕਰਦੇ ਹਾਂ, ਬਾਹਰਲਾ ਬੰਦ ਕਰਤਾ ਸੀ ਕਰੋਨਾ ਚੋਂ। ਤੇ ਅੱਜ ਪਹਿਲੀ ਵਾਰੀ ਬੜੀ ਮੁਸ਼ਕਿਲ ਨਾਲ ਕਨੈਕਟ ਹੋਇਆ। ਮੈਂ ਦੁਪਹਿਰ ਸਵੇਰ ਦਾ 11 ਵਜੇ ਜਦੋਂ ਕਾਫੀ ਲੱਗਿਆ ਚਿਰ ਤੋਂ ਇੱਛਾ ਸੀ। ਸ਼ਾਮੀ 2 ਵਜੇ ਤੋਂ ਜਾ ਕੇ ਕਨੈਕਟ ਹੋਇਆ ਵੀ ਪਹੁੰਚ ਜਾਓ ਜੀ, ਕੋਈ ਗੱਲ ਨਹੀਂ। ਫਿਰ ਮਾਲਕ ਨੇ ਜਿੱਦਾਂ ਵੀ। ਔਰ ਅਸੀਂ ਅੱਜ ਪਰਨ ਕਰਕੇ ਚੱਲੇ ਆ। ਸਾਡੇ ਪਰਿਵਾਰ 'ਚ ਕੋਈ ਵੀ ਬਰਥਡੇ ਹੋਊਗਾ ਅਸੀਂ ਇੱਥੇ ਆਂ ਚੱਲੇ। ਇਸੀ ਸਥਾਨ ਤੇ ਮਨਾਏਗਾ। ਸਾਡੇ ਪਰਿਵਾਰ 'ਚ ਕੋਈ ਵੀ ਬਰਥਡੇ ਬਸਤੀ ਚੋਲੇ ਬਹੁਤ ਧੰਨਵਾਦ ਤੁਹਾਡੀ ਪੂਰੀ ਫੈਮਿਲੀ ਦਾ। ਤੁਹਾਡੇ ਦੇਖਦੇ ਰਹਿੰਦੇ ਤੇ ਕੱਲ ਹੀ ਮੈਂ ਨਾਸਤੇ ਬੇਟੀ ਨੂੰ ਕਹਿ ਰਹੀ ਸੀ ਮੇਰਾ ਬੜਾ ਦਿਲ ਕਰਦਾ ਉੱਥੇ ਜਾਣ ਦੇ। ਇੰਨੇ ਚਿਰ ਦੇ ਕਹਿੰਦੇ ਵੀ ਨਹੀਂ ਆਉਣ ਹੋਇਆ, ਕੱਲ ਹੀ ਬਾਅਦ ਆ ਕੇ ਖਾਂਦੇ ਬੜਾ ਦਿਲੋਂ ਸੀਗਾ ਚਾਹ। ਮੇਰਾ ਵੀ ਬਰਥਡੇ ਹੋਏਗਾ ਇਹ ਸਾਡੇ ਭਾਜੀ ਇਹਨਾਂ ਦਾ ਕਾਫੀ ਸਵੇਰ ਤੋਂ ਹੀ ਕਹਿ ਰਹੇ ਸੀ। ਮੈਂ ਕਿਹਾ ਮੇਰਾ ਦਿਲ ਬਹੁਤ ਅੱਛੇ ਆ ਜਾਓ ਪਹਿਲਾਂ ਖਿੱਚ ਲਓ। इधर हर्ष कर अमन आ सागर बेटा ਸੁਪਰਨ ਪੁੱਤ ਦਾਲ ਪਾ ਉੱਥੇ। जा पापा को खड़ी ਜਿਨ੍ਹਾਂ ਨੂੰ ਤੁਸੀਂ ਅੰਮ੍ਰਿਤਸਰ ਹਾਂ ਬਾਪੂ ਸ਼ਗਲਾ ਪ੍ਰਸ਼ਾਦਾ ਗੁਰੂ ਕਾ ਲੰਗਰ ਵਰਤਾਇਆ ਜਾ ਰਿਹਾ ਜੀ। ਮੈਂ ਤੋਂ ਕੇ ਆ ਗਿਆ। ਆ ਸਾਰੇ ਤੂੰ ਕਿਹੜਾ ਕਢਾ ਵੀ ਤੁਹਾਨੂੰ ठीक ਠੀਕ ਹੈ ਬਾਈ ਜੀ। ਇੱਕ ਫੁਲਕਾ ਮੱਕੀ ਦਾ ਦੇ ਦੇ। ਇੱਕੋ ਹੀ ਵੀਰ ਜੀ, ਇੱਕੋ ਹੀ। ਧੰਨਵਾਦ। ਸਾਗ ਕਿਹਦੇ ਕੋਲ ਹੈ? आज प्रसादा जी
ਬਾਪੂ ਦੇਖ ਕੇ ਛਕਿਆ ਕਰੋ, ਦੇਖ ਕੇ ਹੁਣ ਤੁਹਾਨੂੰ ਦਿਖਦਾ ਵਾ। ਹਾਂਜੀ ਪ੍ਰਸ਼ਾਦਾ ਜੀ। ਰਾਮ ਜਗ ਬਾਪੂ ਥੱਲੇ ਦੇਖਿਆ ਕਰੋ, ਪਲੇਟ 'ਚ, ਪਲੇਟ 'ਚ ਦੇਖਿਆ ਕਰੋ, ਪਲੇਟ 'ਚ। ਤੁਹਾਡੀ ਆਦਤ ਉਵੇਂ ਬਣੀ ਹੋਈ ਹੈ ਨਾ ਅਜੇ ਬਾਪੂ। ਹਾਂਜੀ ਪ੍ਰਸ਼ਾਦਾ ਜੀ। थल्ले दे बापू, थल्ले देखो, थाली में देखो, देखो थाली में, थल्ले नु देख बापू जी, देखो थल्ले नु, देखो देखो, देख के खाओ। हाँ, ऐसा देख के खाएगा। ਪਾਣੀ ਉਹ ਦਰਸ਼ੂ ਪਾਣੀ ਲੈ ਆ। नीचे को देखा करो, थाली के बीच क्या हुआ? ਸਾਡਾ ਪਰਿਵਾਰ ਸਾਰਾ ਗੁਰੂ ਕਾ ਲੰਗਰ ਛਕ ਰਿਹਾ। ਹੁਣ ਜਿਵੇਂ ਜਿਵੇਂ ਪ੍ਰਸਾਦਾ ਛਕ ਕੇ ਸਾਰਿਆਂ ਨੇ ਇੱਧਰ ਹੁਣ ਸੈਰ ਕਰਨ ਲੱਗ ਜਾਣਾ। ਜਿੱਦਾਂ ਇੱਦਾਂ ਸਾਰੇ ਸੈਰ ਕਰਨਗੇ ਪ੍ਰਸਾਦਾ ਛਕ ਕੇ, ਉਸ ਤੋਂ ਬਾਅਦ ਨਾਲ ਦੀ ਨਾਲ ਹੀ ਸਾਡੇ ਟੀਮ ਦੇ ਮੈਂਬਰਾਂ ਨੇ ਇੱਥੇ ਮੈਡੀਸਨ ਕੱਢ ਲਿਆਉਣੀ ਹੈ ਬਾਹਰ ਤੇ ਸਾਰਿਆਂ ਨੂੰ ਇਹ ਥੱਲੇ ਚੱਕ ਲਾ ਬਾਈ, ਲੋਈ ਲਿਬੜਦੀ ਥੱਲੇ, ਤੇ ਨਾਲ ਦੀ ਨਾਲ ਉਹਨਾਂ ਨੇ ਦਵਾਈਆਂ ਦੇਣੀਆਂ ਸ਼ੁਰੂ ਕਰ ਦੇਣੀਆਂ। ਹਰ ਇੱਕ ਮੈਂਬਰ ਦੀ ਮੈਡੀਸਨ ਆ ਜਿਹੜੀ ਅਲੱਗ ਇੱਕ ਡੱਬੇ ਦੇ ਵਿੱਚ ਰੱਖੀ ਹੋਈ ਆ, ਉਹਦੇ ਉੱਪਰ ਉਹਨਾਂ ਦਾ ਨਾਮ ਲਿਖਿਆ ਹੋਇਆ ਤੇ ਉਹਨਾਂ ਦੇ ਡਾਕਟਰ ਆ ਜਿਹੜੇ, ਕਿਸੇ ਦਾ ਸਾਈਕੈਟ੍ਰਿਕ ਡਾਕਟਰ ਆ, ਕੋਈ ਆਰਥੋ ਦਾ, ਜਿਹੜੇ ਫਿਜ਼ੀਕਲੀ ਮੰਨ ਲਓ ਕੋਈ ਹੋਰ ਬਿਮਾਰੀ ਆ, ਉਹਨਾਂ ਦੀ ਹਰ ਤਰ੍ਹਾਂ ਦੀ ਜਿਹੜੀ ਵੀ ਦਵਾਈ ਚੱਲਦੀ ਆ। ਅਸੀਂ ਕਰ ਬਾਈ ਕਿਵੇਂ ਪੋਸਟਮੈਨ ਸਾਹਿਬ, ਉਹ ਦਵਾਈਆਂ ਸਾਨੂੰ ਜਿਵੇਂ ਜਿਵੇਂ ਡਾਕਟਰ ਲਿਖ ਕੇ ਦਿੰਦੇ ਅਸੀਂ ਉਸੇ ਤਰ੍ਹਾਂ ਡੱਬਿਆਂ ਦੇ ਵਿੱਚ ਪੈਕ ਕਰ ਦਿੰਦੇ ਹਾਂ। ਉਹਨਾਂ ਨੂੰ ਡੱਬਿਆਂ ਦੇ ਵਿੱਚੋਂ ਕੱਢ ਕੇ ਫਿਰ ਇਕੱਲੇ ਇਕੱਲੇ ਮੈਂਬਰ ਨੂੰ ਦਵਾਈਆਂ ਤੁਰੇ ਫਿਰਦੇ ਨੇ ਕੋਸੇ ਪਾਣੀ ਦੇ ਨਾਲ ਸਾਡੇ ਵਲੰਟੀਅਰਾਂ ਨੂੰ ਦੇਈ ਜਾਣੀਆਂ। ਕਰੀਬ ਜਿਵੇਂ ਹੁਣ ਟਾਈਮ ਹੋਇਆ 7 ਵਜੇ ਆ, 7 ਵਜੇ ਪ੍ਰਸ਼ਾਦਾ ਛਕ ਲਿਆ ਸਾਰਿਆਂ ਨੇ ਤੇ ਹੁਣ 8 8:30 ਡੇਢ ਘੰਟਾ 8:30 ਵਜੇ ਤੱਕ ਸੈਰ ਕਰਨਗੇ ਤੇ ਦਵਾਈਆਂ ਵਗੈਰਾ ਖਾਣਗੇ ਤੇ 8:30 ਤੋਂ ਬਾਅਦ ਫਿਰ ਜਦ ਤੱਕ ਮੰਜੇ ਬਿਸਤਰੇ ਲੱਗ ਜਾਣੇ ਅੰਦਰ ਤੇ ਸਾਰਾ ਸੌਣ ਦਾ ਇੰਤਜ਼ਾਮ ਹੋਣਾ। 9 ਵਜੇ ਅਸੀਂ ਸਾਰੇ ਮੈਂਬਰ ਬੈੱਡ ਤੇ ਹੁੰਦੇ ਆ,
9:30 ਵਜੇ ਅਸੀਂ ਕਲੋਜ਼ ਕਰ ਦਿੰਦੇ ਹਾਂ, ਸਾਰਾ ਕੁਝ ਬੰਦ ਕਰ ਦਿੰਦੇ ਹਾਂ, ਸੌਣਾ ਉਸ ਤੋਂ ਬਾਅਦ, ਤਾਂ ਜੋ ਸਵੇਰੇ 5 ਵਜੇ ਦੁਬਾਰਾ ਫੇਰ ਤੋਂ ਉੱਠ ਕੇ ਖੜੇ ਹੋ ਕੇ ਸਾਡੇ ਵਲੰਟੀਅਰ ਯਾਨੀ ਕਿ ਕੰਮ ਕਰ ਸਕਣ। ਵਲੰਟੀਅਰਾਂ ਦਾ ਅਸੀਂ 10 ਵਜੇ ਦਾ ਟਾਈਮ ਆ, ਵੀ ਵਲੰਟੀਅਰ 10 ਵਜੇ ਆਪ ਪ੍ਰਸ਼ਾਦਾ ਛਕ ਕੇ ਆਪਣੇ ਆਪਣੇ ਬਿੱਡਾਂ ਤੇ ਪਹੁੰਚਣ। ਉਸ ਤੋਂ ਬਾਅਦ ਆਰਾਮ ਦੀ ਨੀਂਦ, ਸਕੂਨ ਦੀ ਨੀਂਦ ਉਹ ਸਾਡਾ ਸਾਰਾ ਪਰਿਵਾਰ ਲੈ ਸਕੇ। ਤੇ ਰਾਤ ਨੂੰ 2 ਮੈਂਬਰ ਸਾਡੇ ਬਾਈ ਗੁਰਦੀਪ ਸਿੰਘ ਬੰਟਾ, ਬਾਈ ਗਰੇਵਾਲ, ਬਾਈ ਸਾਡਾ ਭਰਾ ਮੇਰਾ ਵੱਡਾ, ਤੇ ਨਾਲ ਐਲੀ ਸਾਡਾ ਵੀਰ ਛੋਟਾ ਭਰਾ ਸਨੀ ਉਹਦਾ ਨਾਮ ਹੈ, ਉਹ ਡਿਊਟੀ ਤੇ ਹੁੰਦੇ ਨੇ। ਨਾਲ ਚਮਕੌਰ ਸਿੰਘ ਹੁੰਦਾ ਡਿਊਟੀ ਤੇ, ਜਿਹਦੀ ਲੱਤ ਬਾਂਹ 'ਚ ਕੀੜੇ ਪਏ ਸੀ ਵੀਰ ਦੇ ਕਿਸੇ ਟਾਈਮ। ਇਹ 3 ਮੈਂਬਰ ਸਾਡੇ ਰਾਤ ਦੀ ਡਿਊਟੀ ਦਿੰਦੇ ਆ। ਸਾਰੀ ਰਾਤ ਬਾਹਰ ਵੀ ਪੇਸ਼ੈਂਟ ਪਏ ਨੇ ਸਾਡੇ, ਅੰਦਰ ਵੀ ਆ, ਮਾਤਾ ਹੋਣ ਵਾਲੇ ਪਾਸੇ, ਇੱਧਰ ਸਾਰੇ ਪਾਸੇ ਖਿਆਲ ਰੱਖਣਾ ਉਹਨਾਂ ਨੇ। ਕੈਮਰੇ ਲੱਗੇ ਹੋਏ ਆ, ਕੈਮਰਿਆਂ 'ਚ ਦੇਖਦੇ ਰਹਿੰਦੇ ਆ। ਤੇ ਜੇ ਕੋਈ ਪ੍ਰੋਬਲਮ ਹੁੰਦੀ ਆ ਮਾਤਾ ਹੋਣ ਵਾਲੇ ਪਾਸੇ, ਉਹ ਭੈਣ ਹੋਣੀ ਸਾਨੂੰ ਰਿੰਗ ਕਰ ਦਿੰਦੇ ਨੇ ਅੰਦਰੋਂ ਜਾਂ ਬੈਲ ਵਜਾ ਦਿੰਦੇ ਨੇ, ਤੇ ਪਤਾ ਲੱਗ ਜਾਂਦਾ ਵੀ ਉਹਨਾਂ ਨੂੰ ਕੋਈ ਜ਼ਰੂਰਤ ਆ। ਉੱਥੇ ਫੀਮੇਲ ਮੈਂਬਰ ਸਾਡੇ 3 ਅੰਦਰ ਹੁੰਦੇ ਨੇ। ਤੇ ਬਜ਼ੁਰਗਾਂ ਵਾਲੇ ਪਾਸੇ ਇਸ ਪਾਸੇ ਵੀ ਸ਼ੈੱਡ ਆ ਜਿਹੜਾ, ਇਹਦੇ ਵਿੱਚ ਵੀ ਬੈੱਡ ਲੱਗੇ ਹੋਏ ਆ। ਕਰੀਬ 80-82 ਮੈਂਬਰ ਇੱਧਰ ਸੌਂਦੇ ਨੇ, ਤੇ 120 ਦੇ ਆਸ-ਪਾਸ ਬੈੱਡ ਉੱਧਰਲੇ ਪਾਸੇ ਲੱਗੇ ਹੋਏ ਨੇ। ਹਸਪੀਟਲ ਦੇ ਵਿੱਚ 32 ਬੈੱਡ ਨੇ, 31-32, ਤੇ ਉਹਦੇ ਨਾਲ ਫਿਰ ਜਿਹੜੀ ਉੱਪਰ ਵਾਰਡ ਆ ਬੱਚਿਆਂ ਦੀ, ਜਿੱਥੇ ਸਾਡੇ ਬੱਚੇ ਸੌਂਦੇ ਨੇ, ਕੀਮਤੀ ਹੋਣੀ, ਜੱਸੀ ਹੋਣੀ, ਨਾਲ ਨੀਰਜ ਹੋਣੀ, ਆਸ਼ੀਸ਼ ਹੋਣੀ, ਪੰਡਤ ਹੋਣੀ ਸਾਰੇ, ਤੇ ਉਹਦੇ ਨਾਲ ਹੀ ਇੱਕ ਅਲੱਗ ਵਾਰਡ ਆ ਜਿੱਥੇ ਸਾਡੇ ਵਲੰਟੀਅਰ ਸੌਂਦੇ ਨੇ ਸਾਰੇ, ਸਾਡੀ ਟੀਮ ਦੇ ਮੈਂਬਰ। ਇਸ ਤਰ੍ਹਾਂ ਕਿਚਨ ਵਾਲੇ ਪਾਸੇ ਇੱਕ ਸ਼ੈੱਡ ਬਣਿਆ ਹੋਇਆ, ਉਹਦੇ ਵਿੱਚ ਸਾਡੇ ਜਿਹੜੇ ਕਿਚਨ ਦੇ ਸੇਵਾਦਾਰ ਨੇ, ਰਸੋਈ ਵਾਲੇ, ਉਹ ਸਾਰੇ ਉੱਥੇ ਸੌਂਦੇ ਨੇ। ਇਸ ਟਾਈਮ 250 ਤੋਂ ਪਲੱਸ ਅਸੀਂ ਮੈਂਬਰ ਇੱਥੇ ਸਾਡੇ ਸੁਪਨਿਆਂ ਦੇ ਘਰ ਵਿੱਚ ਰਹਿ ਕੇ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਨੇ, ਜਿੱਥੇ ਇਦਾਂ ਦੀਆਂ ਕਾਕੂ ਦਾਸ ਵਰਗੀਆਂ ਰੱਬੀ ਰੂਹਾਂ, ਨਾ ਇਸ ਬੱਚੇ ਨੂੰ ਦੁੱਖ ਆ ਕਿਸੇ ਦਾ, ਨਾ ਸੁੱਖ ਆ, ਨਾ ਖੁਸ਼ੀ ਦਾ, ਨਾ ਗਮੀ ਦਾ, ਨਾ ਫਰੇਬ ਦਾ, ਨਾ ਝੂਠ ਦਾ, ਨਾ ਲਾਲਚਾ, ਕੋਈ ਰੱਬੀ ਰੂਹਾਂ ਇਦਾਂ ਦੀਆਂ। ਇਹ ਵੀਰ ਸਾਨੂੰ ਬਹੁਤ ਮਾੜੀ ਹਾਲਤ 'ਚ ਬਠਿੰਡੇ ਜ਼ਿਲ੍ਹੇ ਤੋਂ ਮਿਲਿਆ ਸੀ, ਗੁਲਾਮੀ ਭਰੀ ਜ਼ਿੰਦਗੀ ਬਤੀਤ ਕਰਦੇ। ਇਦਾਂ ਦੇ ਬੰਦਿਆਂ ਤੋਂ ਵੀ ਲੋਕ ਕੁੱਟ-ਕੁੱਟ ਕੇ ਕੰਮ ਕਰਾਈ ਜਾਂਦੇ। ਇਹ ਬੱਚੇ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ। ਜਾਂ ਤੂੰ ਹੁਣ ਗੇੜਾ ਦੇ ਕੇ ਜਾ, ਭੱਜ। ਇਹਦੀ ਚੱਪਲ ਚੇਂਜ ਕਰਾਈ, ਇਹਨੇ ਕਿਤੇ ਹੋਰ ਦੀ ਪਾ ਲਈ। ਹਾਂ ਬਾਬਾ, ਕੈਸੇ ਹੋ? ਰਾਮ ਸਿੰਘ ਪਵਾਰ, ਬਾਪੂ ਰਾਮ ਸਿੰਘ ਪਵਾਰ ਆ, MP ਦੇ ਰਹਿਣ ਵਾਲੇ ਆ। ਉੱਥੋਂ ਦਾ ਮੁੱਖ ਮੰਤਰੀ, ਮੈਨੂੰ ਲੱਗਦਾ ਗ੍ਰਹਿ ਮੰਤਰੀ ਹੈ ਪਵਾਰ। ਤੇ ਇਹ ਵੀ ਬਾਪੂ ਦੇ ਹੱਥ ਦੀਆਂ ਉਂਗਲਾਂ ਤੱਕ ਕੀੜੇ ਖਾ ਗਏ, ਕਿਸਮਤ ਦੀਆਂ ਲਕੀਰਾਂ ਤੱਕ ਕੀੜੇ ਖਾ ਗਏ। ਲੋਹੇ ਦਾ ਸ਼ਹਿਰ ਆ ਜਿਹੜਾ, ਇਸਪਾਤ ਦਾ ਸ਼ਹਿਰ ਗੋਬਿੰਦਗੜ੍ਹ, ਤੇ ਲੋਹੇ ਦੇ ਦਿਲਾਂ ਵਰਗੇ ਵਾਲੇ ਲੋਕ ਉੱਥੇ ਸ਼ਾਇਦ ਰਹਿੰਦੇ ਆ। ਬਾਪੂ ਉੱਥੇ ਕਿੰਨੇ ਦਿਨ ਪਿਆ ਤੜਪਦਾ ਰਿਹਾ ਬੱਸ ਅੱਡੇ ਤੇ, ਕਿਸੇ ਨੇ ਆ ਕੇ ਸੁੱਧ ਨਹੀਂ ਲਈ, ਤੇ ਜਿਉਂਦੇ ਰਹਿਣ ਉੱਥੇ। ਉਹ ਸਾਈਂ ਕੇ ਦੀਵਾਨੇ ਕਲੱਬ ਵਾਲੇ ਵੀਰ ਜਿਹੜੇ ਸੀਗੇ, ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ, ਬਾਪੂ ਜੀ ਨੂੰ ਦਾਖਲ ਕਰਿਆ। ਇੱਕ ਉਂਗਲ ਪੂਰੀ ਖਤਮ ਹੋ ਗਈ ਤੇ ਅੱਧੀ ਹਥੇਲੀ ਖਾ ਗਏ ਕੀੜੇ। ਤੇ ਅੱਜ संत सिंह राम सिंह पवार है ना, कहाँ से हो बाबा? जिला कौन सा है? जिला खंडवा, खंडवा जिला, मध्य प्रदेश। मध्य प्रदेश चंगी भोपाल से आगे बढ़ता भोपाल से आगे बढ़ता है। चंगी जिंदगी ਲਈ ਚੰਗੇ ਭਵਿੱਖ ਲਈ ਇੱਥੇ ਮਿਹਨਤ ਮਜ਼ਦੂਰੀ ਕਰਨ ਲੋਕ ਆਉਂਦੇ ਨੇ, ਪਰ ਜਦੋਂ ਇੱਥੇ ਆ ਕੇ ਕਿਸੇ ਪ੍ਰੋਬਲਮ ਵਿੱਚ ਫਸ ਜਾਂਦੇ ਨੇ ਤਾਂ ਹਾਲਤ ਵੱਧ ਤੋਂ ਬੱਤਰ ਹੋ ਜਾਂਦੇ ਨੇ। ਸਾਡਾ ਸਿਸਟਮ ਐਗਜ਼ਿਸਟ ਨਹੀਂ ਕਰਦਾ, ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਮਿਲਦਾ, ਤੇ ਪ੍ਰਾਈਵੇਟਾਂ ਦੇ ਵਿੱਚ ਇਲਾਜ ਕਰਾਉਣ ਦੇ ਕਾਬਲ ਨਹੀਂ ਹੁੰਦੇ ਵਿਚਾਰੇ, ਜੇ ਲੱਖਾਂ ਰੁਪਇਆ ਨਹੀਂ ਖਰਚ ਸਕਦੇ। ਉਹ ਰਾਣਾ ਜੀ, ਕੱਲ ਦਾ ਪ੍ਰਸ਼ਾਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਦਿਹਾੜਾ ਜੀ, ਕੱਲ ਨੂੰ ਗੁਰੂ ਕੇ ਲੰਗਰਾਂ ਦਾ ਸਾਰਾ ਜਿਹੜਾ ਰਾਸ਼ਨ ਰਸੀਦਾ ਸੀਗਾ ਉਹ ਆ ਗਿਆ, ਪਹੁੰਚ ਗਿਆ ਸਾਡੇ ਕੋਲੇ। ਗੁਰਧਿਆਨ ਸਿੰਘ ਰਾਣਾ ਸਾਡੀ ਮਹਾਰਾਜ ਦੀ ਕਿਰਪਾ ਨਾਲ ਟੀਮ ਦਾ ਮੈਂਬਰ ਵੀ ਆ, ਤੇ ਇਹਨਾਂ ਦੀ ਆਪਦੀ ਵੀ ਸੁਸਾਇਟੀ ਭਗਤ ਪੂਰਨ ਸਿੰਘ ਸੁਸਾਇਟੀ ਚਲਾਉਂਦੇ ਨੇ, ਵੀਰ ਫਿਰੋਜ਼ਪੁਰ ਸ਼ਕੂਰ ਪਿੰਡ ਇਹਨਾਂ ਦਾ। ਇਹ ਕਿੰਨਾ ਵਧੀਆ ਸੀ ਆਪਣੇ ਦੋਸਤਾਂ ਤੁਹਾਡੇ ਸਰਕਲ, ਇਹਨਾਂ ਦੇ ਦੋਸਤਾਂ ਮਿੱਤਰਾਂ ਨੇ। ਕੱਲ ਨੂੰ ਗੁਰੂ ਕਾ ਲੰਗਰ ਬਾਬੇ ਨਾਨਕ ਜੀ ਅਵਤਾਰ ਪੁਰਬ ਦੇ ਉੱਪਰ ਕੱਲ ਨੂੰ ਕੀ ਤਿਆਰ ਕਰਦੇ ਆ? छोले पनीर है जी, जलेबियां ਜਲੇਬੀਆਂ ਦੇਸੀ ਘਿਓ ਦੀਆਂ ਤੇ ਛੋਲੇ ਪਨੀਰ ਦਾ ਲੰਗਰ।
ਤੇ ਨਾਲ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦਾ ਉਹ ਜਿਹੜਾ ਦਰਿਆ ਵਗਦਾ ਸਾਡੇ ਵੱਲ ਨੂੰ, ਜਿਹਦੇ ਕਰਕੇ ਅਸੀਂ ਇਹ ਸਾਰਾ ਕੁਝ ਕਰ ਪਾ ਰਹੇ ਹਾਂ। ਤੇ ਤੁਹਾਨੂੰ ਐਡਵਾਂਸ ਦੇ ਵਿੱਚ ਹੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ। ਇਹਨਾਂ ਨੂੰ ਕੱਲ੍ਹ ਨੂੰ ਕਣਕ ਬੀਜਣੀ ਸੀ, ਕਹਿੰਦਾ ਫਰੀ ਨਹੀਂ, ਮੈਂ ਅੱਜ ਹੀ ਹੁਣ ਰਾਸ਼ਨ ਪਹੁੰਚਦਾ ਕਰਕੇ ਜਾਊਂਗਾ। ਇਹ ਵੀਰੇ ਹੁਣੀ ਪ੍ਰਸ਼ਾਦਾ ਲੈ ਕੇ ਆਏ ਸੀ ਆਪਣੇ ਛੋਟੇ ਜਿਹੇ ਬੱਚੇ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ। ਗੁਰੂ ਕਾ ਲੰਗਰ ਅੱਜ ਵਰਤਾਇਆ ਗਿਆ ਕਿ ਹਰ ਰੋਜ਼ ਜਿਹੜਾ ਸਾਡੇ ਪਰਿਵਾਰ ਦੇ ਵਿੱਚ ਤੁਹਾਡੇ ਵਰਗੇ ਭੈਣ ਭਰਾ ਆਉਂਦੇ ਨੇ, ਕੋਈ ਰਾਸ਼ਨ ਦੀ ਸੇਵਾ ਕਰਾ ਕੇ ਜਾਂਦਾ, ਕੋਈ ਦਵਾਈਆਂ ਦੀ, ਕੋਈ ਦੁੱਧ ਦੀ, ਕੋਈ ਬਿਲਡਿੰਗ ਦੇ ਮਟੀਰੀਅਲ ਦੀ, ਕੋਈ ਹਸਪਤਾਲਾਂ ਦੇ ਬਿੱਲ ਦਿੰਦਾ, ਕੋਈ ਦਵਾਈਆਂ ਦੇ ਬਿੱਲ ਦਿੰਦਾ, ਕੋਈ ਦੁੱਧ ਦੇ ਬਿੱਲ ਦੇ ਕੇ ਜਾਂਦਾ। ਕੋਈ ਮੈਂਬਰ ਨਵੇਂ ਬਣਦੇ ਨੇ, ਸਾਡੇ ਨਾਲ ਜੁੜਦੇ ਨੇ। ਇੱਧਰ ਦੇਖੋ ਭੈਣ ਫੀਡ ਕਰ ਰਹੀ ਆ ਆਪਣੇ ਡੌਗੀ ਨੂੰ, ਰੀਬਲ ਨੂੰ। ਕੀ ਖਾ ਕੇ ਹਟਿਆ ਰੀਬਲ ਹੁਣ? ਰੋਟੀ ਖਾ ਕੇ ਹਟੇ। ਰੋਟੀ ਖਾ ਲਈ ਰੀਬਲਾ? ਹਾਂਜੀ। ਹਾਂ ਵੀ ਦੇਖੋ ਇਹਦਾ ਘੱਟੋ ਘੱਟ ਨਹੀਂ ਤਾਂ 4-5 ਕਿਲੋ ਵਜਨ ਵੱਧ ਗਿਆ ਰੀਬਲ ਦਾ। ਹੱਡੀਆਂ ਦਾ ਪਿੰਜਰ ਸੀ ਉਸ ਦਿਨ, ਜਿਸ ਦਿਨ ਸਾਡੇ ਕੋਲੇ ਆਇਆ ਸੀ ਰੀਬਲ। ਇਨਸਾਨ ਸਾਥ ਛੱਡ ਜਾਂਦੇ ਨੇ, ਪਰ ਕੁੱਤਾ ਸਭ ਤੋਂ ਵਫਾਦਾਰ ਜਾਨਵਰ ਆ। ਇਨਸਾਨ ਦਾ ਸਭ ਤੋਂ ਵਫਾਦਾਰ ਸਾਥੀ ਆ ਇਨਸਾਨ ਦਾ। ਇਹ ਭੈਣ ਦੇ ਕੋਲੇ ਪਹਿਲਾਂ ਇੱਕ ਹੋਰ ਸੀਗਾ ਡੌਗੀ, ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਭੈਣ ਨੇ ਇਹਨੂੰ ਲੈ ਕੇ ਆਂਦਾ। ਸੜਕ ਤੋਂ ਇੱਕ ਵਫਾਦਾਰ ਸਾਥੀ ਮਿਲਿਆ ਜਿਹਨੇ ਸਾਥ ਦਿੱਤਾ। ਕਿੰਨੇ ਸਾਲ, 8-10 ਸਾਲ ਭੈਣ ਨੇ ਇਸੇ ਤਰ੍ਹਾਂ ਕੱਢੇ। ਰੀਬਲ ਤੋਂ ਪਹਿਲਾਂ ਉਹਦਾ ਕੀ ਨਾਂ ਸੀ ਭੈਣ, ਜਿਹੜਾ ਰੀਬਲ ਤੋਂ ਪਹਿਲਾਂ ਸੀ? ਬੀਗਲ। ਇੱਕ ਜਿੰਗੀ ਸੀ ਨਿੱਕਾ ਜਿਹਾ। ਇਹ 10 ਸਾਲਾਂ ਦਾ ਸਫ਼ਰ ਆ। ਬੀਗਲ, ਜਿੰਗੀ, ਰੀਬਲ ਹੁਣਾਂ ਦੇ ਨਾਲ ਹੀ ਕੱਢਿਆ ਇਹਨੇ ਭੈਣ ਨੇ। ਇਨਸਾਨ ਤੋਂ ਵੀ ਜ਼ਿਆਦਾ ਵਫਾਦਾਰ ਮਾਤਾ ਜੀ। ਜਨਮ ਦਿਹਾੜਾ ਫੁੱਲ ਵਗੈਰਾ ਸਾਡੇ ਟੀਮ ਦੇ ਮੈਂਬਰ ਲਾ ਰਹੇ ਨੇ, ਆਪ ਹੀ ਡੈਕੋਰੇਟ ਕਰ ਰਹੇ ਆ ਸਾਰਾ। ਹਾਂਜੀ ਸਾਡਾ ਸਭ ਕੁਝ ਹਾਂ ਭਾਈ, ਕਿਵੇਂ ਦਰਸ਼ੀ ਹੋਈ ਜਾਂਦੀ ਆ ਭਾਈ ਭਾਂਡੇ? ਹਾਂ ਭਾਈ ਗੁੜੀਆ, ਨਮਸਤੇ ਗੁੜੀਆ। ਗੁੜੀਆ ਭੈਣ ਉਹੀ ਆ ਜਿਹੜੀ ਭੈਣ ਧੂਰੀ ਲਾਈਨਾਂ ਤੋਂ ਸਾਨੂੰ ਰਾਤ ਨੂੰ ਮਿਲੀ ਸੀ। ਬਹੁਤ ਮਾੜੇ ਹਾਲਾਤ 'ਚ ਭੈਣ ਮੈਂਟਲੀ ਅਪਸੈਟ, ਸਾਨੂੰ ਵੀ ਗਾਲਾਂ ਕੱਢਦੀ, ਗੁੱਸਾ ਇੰਨਾ ਕਰਦੀ ਸੀ ਜਮਾਂ ਹੀ ਠੀਕ ਆ ਸੇਵਾ ਕਰਾਉਂਦੇ ਨਾਲ। ਦਰਸ਼ੀ ਭੈਣ ਨੂੰ ਕੋਟ ਦੁੰਨੇ ਤੋਂ ਲੈ ਕੇ ਆਏ ਸੀ, ਕਿੱਦਾਂ ਕਿਹੜੇ ਹਾਲਾਤਾਂ ਦੇ ਵਿੱਚ ਸੀ ਭੈਣ, ਤੁਸੀਂ ਦੇਖੀ ਹੈ ਕੋਟ ਦੁੰਨੇ ਵਾਲੀ ਵੀਡੀਓ ਸਾਡੀ। ਇਸੇ ਤਰ੍ਹਾਂ ਇਹ ਸਾਡੇ ਪਰਿਵਾਰ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਲਾਮ ਵਾਲੇਕਮ। ਮੇਰੀ ਮਾਨਾ ਭੈਣ ਸਾਡੀ, ਇਹ ਸਾਰੇ ਮੈਂਬਰ ਸਾਡੇ ਮਾਤਾ ਜੀ ਨੂੰ ਸਾਡੀਆਂ, ਇਹ ਵੀ ਦੋਨੋਂ ਮਾਂ ਬੇਟੀ ਆ, ਦੋਨੋਂ ਸਾਕਸ਼ੀ ਤੇ ਕੁਸਮ ਭੈਣ। ਇੱਧਰ ਦਰਸ਼ਨਾ ਅਰੋੜਾ ਮਾਤਾ ਤੇ ਆਸ਼ੂ ਅਰੋੜਾ, ਇਹ ਵੀ ਦੋਨੋਂ ਮਾਵਾਂ ਧੀਆਂ ਨੇ। ਬਾਕੀ ਉਹ ਰੂਹੀ ਭੈਣ ਆ। ਇੱਧਰ ਸਾਡੀ ਸ਼ਿਮਲਾ ਬੇਬੇ ਬੈਠੀ ਆ। ਇੱਧਰ ਸਾਡੇ ਬੇਬੇ ਹਰਭਜਨ ਕੌਰ ਬੈਠੇ ਨੇ। ਉਧਰ ਬੇਬੇ ਸਰਜੀਤ ਕੌਰ ਬੈਠੇ ਨੇ ਤੇ ਗੁੱਡੀ ਭੈਣ ਆ। ਇਹ ਮੰਜਾ ਕਿਹਦਾ ਵਾ? ਗੁੜੀਆ ਦਾ। ਭਾਂਡੇ ਧਵਾਰੀ ਗੁੜੀਆ। ਇੱਧਰ ਸੰਦੀਪ ਆ, ਇਹਦੀ ਭੈਣ ਕਮਲਜੀਤ ਆ ਨਾ। ਦੋਨੋਂ ਭੈਣਾਂ ਮਾਂ ਬਾਪ ਦੀ ਮੌਤ ਤੋਂ ਬਾਅਦ ਸਾਡੇ ਕੋਲੇ ਆ। ਰਿਹਾਨਾ ਭੈਣ, ਰਿਹਾਨਾ ਖਾਨ। ਤੇ ਇੱਧਰ ਬੇਬੇ ਸਾਡੀ ਤੇਜ ਕੌਰ ਪਈ ਆ, ਬੇਬੇ ਬਰਨਾਲੇ ਵਾਲੀ ਬੇਬੇ ਸਾਡੀ। ਤੇ ਇੱਧਰ ਰੇਖਾ ਮਿੱਤਲ, ਨਮਸਤੇ। ਤੇ ਇਹ ਬੈੱਡ ਆ ਜਿਹੜਾ ਦਰਸ਼ੀ ਭੈਣ ਦਾ ਵਾ, ਖਾਲੀ ਪਿਆ ਵਾ ਜਿਹੜਾ। ਇਹ ਚੰਡੀਗੜ੍ਹ ਵਾਲੀ। ਇਹ ਸਾਡੀ ਬੇਬੇ ਕਾਂਤਾ ਮੱਟੂ, ਚੰਡੀਗੜ੍ਹ ਵਾਲੀ ਬੇਬੇ। ਕਾਈ ਨਹੀਂ ਦਿੰਦਾ ਬੇਬੇ ਨੂੰ, ਪਰ ਮਨ ਦੀ ਅੱਖ ਨਾਲ ਸਭ ਕੁਝ ਪੜ੍ਹ ਲੈਂਦੀ ਹੈ। ਨਿਕਲਿਆ ਹੀ ਸਾਡੀ ਭਾਈ ਜਗਿੰਦਰ ਕੌਰ ਬੇਟੇ ਦੇ ਵਿੱਚ ਹੁਣ ਜਗਿੰਦਰ ਕੌਰ ਭਾਈ ਸਾਡੀ ਬੇਬੇ ਹੁਣ ਵਿਆਹ ਤੇ ਜਾ ਕੇ ਆਈ ਆਪਦੇ ਪਿੰਡ। 7-8 ਸਾਲਾਂ, 3-4 ਸਾਲਾਂ ਬਾਅਦ ਕਰੀਬ ਜਾ ਕੇ ਆਈ ਹੈ ਭੈਣ। 8-9 ਸਾਲ ਮਾਂ ਸਾਡੀ ਉੱਥੇ ਆਪਦੇ ਪਿੰਡ ਚੱਖਾਂ ਤੋਂ ਨਹੀਂ, ਪਿੰਡ ਦੇ ਬੱਸ ਅੱਡੇ ਉੱਤੇ ਬਾਲਣ ਇਕੱਠਾ ਕਰਕੇ ਸਾਰਾ ਦਿਨ ਉੱਥੇ ਇੱਦਾਂ ਹੀ ਘੁੰਮਦੇ ਰਹਿੰਦੇ। ਪਰ ਉਹ ਵਾਹਿਗੁਰੂ ਨੇ ਮਿਹਰ ਕੀਤੀ, ਹੁਣ ਬੇਬੇ ਦੀਆਂ ਅੱਖਾਂ ਲਈ ਰੋਸ਼ਨੀ ਆ ਗਈ ਹੈ ਸਾਡੀ। ਹੁਣ ਬੇਬੇ ਸਾਡੀ ਬਿਲਕੁਲ ਠੀਕ ਹੈ ਜੀ। ਇੱਧਰ ਸਾਡੀ ਨਾਲੋਂ ਭੈਣ ਰਚਨਾ, ਇਹ ਸਾਡੀ ਸਭ ਤੋਂ ਪਹਿਲੀ ਮੈਂਬਰ ਆ ਜਿਹਨੇ ਫੀਮੇਲ ਵਾਰਡ ਸ਼ੁਰੂ ਕਰਾਇਆ ਸੀ। ਇਹਨੂੰ ਤੇ ਵਿੱਕੀ ਨੂੰ ਅਸੀਂ ਦੋਨਾਂ ਨੂੰ ਲੈ ਕੇ ਆਏ।
ਇੱਧਰ ਸਾਡੀ ਬੇਬੇ ਰਾਮ ਦੁਲਾਰੀ, ਬੇਬੇ ਸਤਿ ਸ਼੍ਰੀ ਅਕਾਲ। ਤੇ ਇੱਧਰ ਸਾਡੀ ਬੇਬੇ ਸੰਧਿਆ ਦੇਵੀ ਸੁੱਤੀ ਪਈ ਆ, 2 ਖੁੰਡੀਆਂ ਲੈ ਬੜੇ ਸੰਧਿਆ ਤਕੜੀ ਹੈ ਭਾਈ, ਜਿਉਂਦੀ ਵਸਦੀ ਰਹਿ। ਠੀਕ ਆ, ਬੁਖਾਰ ਤਾਂ ਨਹੀਂ ਹੋ ਗਿਆ? ਸੌਂ ਜਾ ਸੌਂ ਜਾ ਸੌਂ ਜਾ। ਹਾਂ ਕੀ ਘਰੇ ਨਹੀਂ ਰਹਿ ਹੁੰਦਾ? ਚੰਗਾ ਚੰਗਾ, ਗਲਤੀ ਹੋ ਗਈ, ਜਾਨਾ ਮੈਂ ਘਰੇ। ਇਹਨੇ ਮੈਨੂੰ ਹਮੇਸ਼ਾ ਇਹ ਕਹਿਣਾ ਵੀ ਤੂੰ ਘਰੇ ਰਿਹਾ ਕਰ, ਇੱਥੇ ਤੂੰ ਕੀ ਕਰਦਾ ਫਿਰਦਾ, ਤੂੰ ਘਰੇ ਜਾ ਕੇ ਚਵਾਕਾਂ 'ਚ ਰਿਹਾ ਕਰ। ਇਹਨੂੰ ਐਂ ਲੱਗਦਾ ਮੈਨੂੰ ਬੇਬੇ ਸਮਝਦੀ ਆ ਫੁੰਮਣ ਸਿੰਘ ਬੇਬੇ ਦਾ ਭਤੀਜਾ। ਇਹਨੂੰ ਭੁਲੇਖਾ ਪੈ ਰਿਹਾ ਪਹਿਲੇ ਦਿਨ ਤੋਂ ਵੀ ਤੂੰ ਮੇਰਾ ਫੁੰਮਣ ਆ। ਇਹਨੇ ਹਮੇਸ਼ਾ ਇਹ ਕਹਿਣਾ ਫੁੰਮਣਾ ਤੂੰ ਟਾਈਮ ਨਾਲ ਘਰੇ ਜਾ ਬੱਚਿਆਂ 'ਚ, ਤੂੰ ਰਾਤ ਨੂੰ ਇੱਥੇ ਕੀ ਕਰਦਾ ਫਿਰਦਾ। ਤੇ ਇਹ ਸਾਡਾ ਪਰਿਵਾਰ ਆ, ਸਾਡਾ ਪਰਿਵਾਰ ਦੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਬੱਚੇ, ਸਾਡੇ ਵੀਰ। ਇੱਧਰ ਠੰਡਾ ਪਾਣੀ ਨਹੀਂ ਪੀਣਾ ਰਾਤ ਨੂੰ, ਛੱਡ ਦੇ ਗਲਾਸ ਉੱਤੇ। ਠੰਡਾ ਪਾਣੀ ਨਹੀਂ ਪੀਣਾ, ਗਾਲ ਖਰਾਬ ਹੋ ਜਾਊਗਾ। ਕੋਸਾ ਪਾਣੀ ਪੀਣਾ। ਕੋਸਾ ਨਹੀਂ ਪਤਾ, ਉੱਤੇ ਠੰਡਾ ਪਾਣੀ। ਇੱਧਰੋਂ ਲੈ ਲਾ ਉੱਥੋਂ, ਸਾਡਾ ਪੰਡਤ ਇਹ ਸਾਡੇ ਗ੍ਰੰਥੀ ਸਿੰਘ ਬਾਈ ਨੂੰ ਵੀ ਸੇਵਾ ਕਰਦੇ ਨੇ। ਤੇ ਕੱਲ ਨੂੰ ਪੁੱਛਦੇ ਸੀ ਵੀ ਕਿੰਨੇ ਦਾ ਪ੍ਰਸ਼ਾਦ ਤਿਆਰ ਕਰਨਾ। ਸਾਡੇ ਵਰਗੇ ਕਾਰਜੀਆਂ ਦੀ ਇੰਨੀ ਸਮਝ ਕਿੱਥੋਂ ਵੀ ਅਸੀਂ ਇਹ ਚੀਜ਼ਾਂ ਨੂੰ ਦੱਸ ਸਕੀਏ, ਪਰ ਪਰਮਾਤਮਾ ਨੇ ਪਤਾ ਨਹੀਂ ਸਾਡੇ 'ਚ ਕਿਹੜੇ ਚੰਗੇ ਗੁਣ ਦੇਖ ਕੇ ਸਾਨੂੰ ਇੰਨੀ ਵੱਡੀ ਡਿਊਟੀ ਦਿੱਤੀ। ਹੁਣ ਤੇ ਹੁਣ ਪ੍ਰਸ਼ਾਦਾ ਸਾਰਿਆਂ ਨੇ ਛਕ ਲਿਆ ਵਾ। ਪ੍ਰਸ਼ਾਦਾ ਛਕਣ ਤੋਂ ਬਾਅਦ ਹਾਂ ਬੰਟੀ ਕਿਵੇਂ ਆ ਮਾਨ ਸਾਹਿਬ? ठीक है, शब्द शब्द अरे प्रकाश भाई कैसे हो? क्या करते हो? नहीं पैसा दिशा रे बाबा मिलेगा मेरे पास पड़े हैं पैसे तुम्हारे, ठीक है। ये भी गुलाम बना के रखा है किसी ने, ये तो काम कराते थे इतना। कितने साल काम किया वहाँ सरदार के पास? हाँ बठिंडा 5 साल। कोई पैसा दिया? इधर देखो इधर। हाँ क्या कहाँ पे है पैसा? किसने भेजा था? एड्रेस पिंड का झगड़िया जिला है। गांव का नंबर है कोई? घर का नंबर? एड्रेस पूरा है? कोई एड्रेस नहीं पता है, अपने दिमाग की गल पा दी जाती है। भेजते पैसे गुलाम बना के रखा सी वीर, ਤੇ ਕੁੱਟ ਮਾਰ ਕੇ ਤੋਂ ਕੰਮ ਕਰਾਇਆ ਜਾਂਦਾ। ਹੁਣੇ ਵੀਡੀਓ ਸਾਡੇ ਕੋਲ ਆਈ ਨੂੰ ਵੀ ਖਰੀਦ ਲਿਆ। 2 ਮਹੀਨਾ ਹੋ ਗਿਆ, 2 महीने 5 दिन। कितना घंटा हो गया ऊपर? 2 महीने 5 दिन गिनती करते सब। कितना पढ़ाई किया है? कितना? नाम क्या है तुम्हारा? 3 क्लास तक पढ़ा है। तुम्हारा नाम क्या है? रमेश कुमार। पिताजी का नाम क्या है? नंदलाल दास। ठीक है। गांव में क्यों नहीं रहते तुम? गांव में नहीं गए? सरदार को बोला नहीं भी मैंने गांव जाना, भेज दो मुझे। 8-7 साल हो गए गांव से आए हो, वापस नहीं गए कभी? जाना चाहते हो? 8 साल की जो कमाई की है वो कहाँ पे है? 8 साल की कमाई भैंसे को खिलाता था, दाना पानी पट्टे काटता था, गोबर उठाता था, सारा दिन यही काम करता था। 8 साल उसी में लग गया। खड़े खड़े। अच्छा चलो कोई बात नहीं रमेश, हम घर ढूंढेंगे तुम्हारा, ठीक है? मेरे को घर भेजना, ठीक है? भगवान कृपा करे। वैष्णो दास आ कि बंदा प्रसादा तैयार करता, दाल सब्जी बनाਉਂਦਾ। ਕਿਸੇ ਟਾਈਮ ਇਹ ਵੀਰ ਬਹੁਤ ਮਾੜੇ ਹਾਲਾਤ ਦੇ ਵਿੱਚ ਸਾਨੂੰ ਮਿਲਿਆ ਸੀ ਕੰਗਣੀ ਤੋਂ। ਅੱਜ ਇਹ ਬੰਦਾ ਸੇਵਾ ਕਰਦਾ। ਉਸ ਟਾਈਮ ਇਹਦਾ ਚੂਲਾ ਟੁੱਟਿਆ ਹੋਇਆ ਸੀ, ਇੱਕ ਸਾਈਡ ਦਾ, ਦੂਸਰੀ ਲੱਤ ਟੁੱਟੀ ਹੋਈ ਸੀਗੀ, ਹੱਡੀ ਇੰਨੀ ਬਾਹਰ ਲਟਕਦੀ ਸੀ।
ਆਪਣੇ ਘਰ ਦੇ ਵਿੱਚ ਪਿਆ ਸੀ ਉਹ ਐਡੇ ਐਡੇ ਬੂਟੇ ਉੱਗੇ ਹੋਏ ਸੀ, ਸਿਰਫ ਮੌਤ ਦਾ ਇੰਤਜ਼ਾਰ ਕਰ ਰਿਹਾ। ਉਹ ਸਾਨੂੰ ਕਿਸੇ ਨੇ ਦੱਸਿਆ, ਅਸੀਂ ਉੱਥੋਂ ਜਾ ਕੇ ਲੈ ਕੇ ਆਏ। ਬਾਈ ਪਾਣੀ ਨਹੀਂ ਸੀ ਪੀਂਦਾ, ਸ਼ਰਾਬ ਨਹੀਂ ਪੀਂਦਾ। ਜੇ ਕੋਈ ਰੋਟੀ ਦੇਣ ਆਉਂਦਾ ਸੀ ਕਹਿੰਦਾ ਰੋਟੀ ਨਹੀਂ ਪਊਆ ਹੀ ਲੈ ਕੇ ਦੇ। ਸਾਰੀ ਜ਼ਿੰਦਗੀ ਇੱਦਾਂ ਹੀ ਕੱਢਤੀ, ਬੱਚੇ ਵੀ ਚਲੇ ਗਏ ਛੱਡ ਕੇ। ਪਰ ਜਦੋਂ ਹੁਣ ਸਭ ਸੁਰਤ ਆਈ, ਅਕਲ ਆਈ, ਪਰਮਾਤਮਾ ਨੇ ਇਸ ਘਰ ਦੇ ਵਿੱਚ ਲਿਆ ਕੇ ਇਹਨੂੰ ਖੜਾ ਕਰਤਾ। ਸਾਰੀ ਜ਼ਿੰਮੇਵਾਰੀ ਇੱਥੇ ਪ੍ਰਸ਼ਾਦੇ ਦੀ ਇਹ ਬੰਦੇ ਦੀ ਹੈ। ਹੁਣ ਬੱਚਿਆਂ ਕੋਲ ਵੀ ਜਾ ਕੇ ਆਇਆ, ਇਹ ਲੱਭਣ ਦੀ ਕੋਸ਼ਿਸ਼ ਕੀਤੀ। ਚੱਕਰ ਪਿੰਡ ਵਿਆਹ ਹੋਇਆ, ਅੱਗੋਂ ਮਰੇਲਕੋਟਲੇ ਰਹਿਣ ਲੱਗ ਕੇ ਬੱਚੇ। ਇਹਦਾ ਬੇਟਾ ਬੈਂਡਿੰਗ ਦਾ ਕੰਮ ਕਰਦਾ, ਦੁਕਾਨ ਦੇ ਉੱਪਰ ਲੱਗਿਆ ਹੋਇਆ। ਉਹਨਾਂ ਨਾਲ ਵੀ ਗੱਲ ਕੀਤੀ, ਸ਼ਾਇਦ ਉਹ ਵੀ ਕਿਸੇ ਨੂੰ ਮੁੜ ਕੇ ਨਹੀਂ ਝਾਕ ਰਹੇ। ਹੁਣ ਕਹਿੰਦੇ ਸਾਡੇ ਨਾਲ ਵਾਹ ਵਾਸਤਾ ਨਹੀਂ ਹੁਣ ਕੋਈ ਵੀ, ਜਿਹੜਾ ਨੇ ਸਾਰੀ ਜ਼ਿੰਦਗੀ ਨੇ ਸਾਨੂੰ ਰੱਖਿਆ ਹੋਣਾ ਸੀ। ਪਰ ਇੱਕ ਦਿਨ ਜ਼ਰੂਰ ਸਾਨੂੰ ਭਰੋਸਾ, ਇਹਨੂੰ ਵੀ ਵਿਸ਼ਵਾਸ ਆ, ਇਹਨੂੰ ਵੀ ਆਸ ਆ ਵੀ ਕਿ ਇੱਕ ਦਿਨ ਮੇਰੇ ਬੱਚੇ ਜ਼ਰੂਰ ਵਾਪਸ ਆਉਣਗੇ। ਜ਼ਰੂਰ ਅਰਦਾਸ ਕਰਿਓ, ਵੈਸ਼ਨੂ ਦਾਸ ਦੇ ਬੱਚੇ ਉਹਨੂੰ ਮਿਲਦੇ। ਕਾਲੂ ਆ ਬਾਈ, 3.5 ਸਾਲਾਂ ਤੋਂ ਸੰਗਲ ਨਾਲ ਬੰਨਿਆ ਹੋਇਆ ਸੀ। ਅਸ਼ੋਕ ਆ ਬਾਈ, ਬਹੁਤ ਮਾੜੀ ਹਾਲ, ਸੜਕ ਤੇ ਪਿਆ ਸੀ। ਟੋਨੀ ਆ ਬਾਈ, 8-9 ਸਾਲਾਂ ਤੋਂ ਬਹੁਤ ਮਾੜੇ ਹਾਲਾਤ ਕੋਟਕਪੂਰੇ ਤੋਂ ਸੀ। ਬਲਦੇਵ ਆ ਬਾਈ, ਮਾਤਾ ਸੰਧਿਆ ਦੇਵੀ ਦਾ ਬੇਟਾ, ਬਹੁਤ ਮਾੜੇ ਹਾਲਾਤ ਸੀ। ਇਹਦਾ ਮਨੋਜ ਆ, ਇਹ ਵੀ ਗੁਲਾਮ ਬਣਾ ਕੇ ਰੱਖਿਆ ਜੀ ਗੁਜਰਾਂ ਨੇ। ਯਾਨੀ ਕਿ ਇਸ ਤਰ੍ਹਾਂ ਦੇ ਸਾਡੇ ਪਰਿਵਾਰ ਦੇ ਮੈਂਬਰ ਆ ਜਿਹੜੇ ਠੀਕ ਹੋ ਕੇ ਸਾਡੇ ਨਾਲ ਸੇਵਾ ਕਰਾਉਣ ਲੱਗ ਗਏ। ਹੁਣ ਬੱਚੇ ਖੇਡਦੇ ਫਿਰਦੇ, ਭੱਜੇ ਫਿਰਦੇ ਆ। ਇਹ ਪ੍ਰਸ਼ਾਦਾ ਛਕਾ ਕੇ, ਸੇਵਾ ਕਰਵਾ ਕੇ ਸਾਡੇ ਨਾਲ ਹੁਣੇ ਵੀ ਬਾ ਪੁੱਤ ਪੈਣਾ ਵਾ ਟਾਈਮ ਨਾਲ। ਸਵੇਰੇ ਸਕੂਲ ਜਾਣਾ, ਬਾਬੇ ਨਾਨਕ ਦੇ ਜਨਮ ਦਿਨ ਦੀ ਛੁੱਟੀ ਹੈ ਨਾ। ਸਵੇਰੇ ਕੱਲ੍ਹ ਨੂੰ ਟਾਈਮ ਨਾਲ ਨਾ ਸ਼ਬਦ ਲਾਉਣੇ ਆ। ਕੱਲ੍ਹ ਨੂੰ ਤੁਸੀਂ ਪਤਾ ਨਾ ਦੀਦੀ ਨੇ ਕਿਹਾ, ਜੋਤ ਨੇ, ਜੋਤ ਦੀਦੀ ਨੇ ਵੀ ਸ਼ਬਦ ਲਾਉਣਾ। ਉਹ ਤੋਂ ਜਾ ਕੇ ਚਾਨਣ ਹੋਇਆ ਬਾਬੇ ਨਾਨਕ ਦੇ ਜਨਮ ਦਿਨ ਤੇ। ਆਪਾਂ ਕੱਲ੍ਹ ਨੂੰ ਤੁਸੀਂ ਸਾਰੇ ਬੱਚਿਆਂ ਦੇ ਸ਼ਬਦ ਲਾਉਣੇ ਆ। ਕੀਰਤਨ ਸਿੱਖਦੇ ਆ ਜੀ, ਸੰਥਿਆ ਲੈਂਦੇ ਆ ਬੱਚੇ। ਸਾਡੀ ਕੋਸ਼ਿਸ਼ ਹੈ ਵੀ ਅਸੀਂ ਆਪਣਾ ਜਿਹੜਾ ਜੀਵਨ ਵਾਹਿਗੁਰੂ ਨੇ ਬਖਸ਼ਿਆ, ਜਿੰਨੀ ਕਿ ਸਾਡੀ ਅਕਲ ਬਖਸ਼ੀ ਹੈ, ਅਸੀਂ ਉਹਨੂੰ ਚੰਗੇ ਲੇਖੇ ਲਾ ਸਕੀਏ। ਅਰਦਾਸ ਕਰਿਓ ਸਾਡਾ ਸਵਾਸ ਸੇਵਾ ਦੇ ਲੇਖੇ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬੇ ਨਾਨਕ ਦੇ ਅਵਤਾਰ ਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ, ਜਨਮ ਦਿਨ ਦੀਆਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ। ਕਿ ਪਾਤਸ਼ਾਹ ਨੇ ਜੋ ਰਸਤਾ ਸਾਨੂੰ ਦਿਖਾਇਆ, ਬਾਬੇ ਨਾਨਕ ਨੇ ਸਾਨੂੰ ਜੋ ਫਲਸਫਾ ਦਿੱਤਾ, ਸਾਨੂੰ ਉਹਦੇ 'ਤੇ ਚੱਲ ਕੇ ਆਪਣਾ ਜਿਹੜਾ ਜੀਵਨ ਆ ਉਹ ਬਤੀਤ ਕਰਨਾ ਚਾਹੀਦਾ। ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦਾ ਦਸਤਾ ਵੀ ਸਾਨੂੰ ਚੰਗੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਰਾਹ ਦੱਸਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਧਰ